ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਪਹਿਲੀ ਰਚਨਾ, ਜਿਸ ਦਾ ਸਿਰਲੇਖ ਹੈ ਜਪ। ਇਸ ਰਚਨਾ ਦੇ ਸ਼ੁਰੂ ਵਿੱਚ ਇੱਕ ਸ਼ਲੋਕ ਦਰਜ ਹੈ ਤੇ ਅੰਤ ਵਿੱਚ ਵੀ ਇੱਕ ਸ਼ਲੋਕ ਦਰਜ ਹੈ। ਉਸ ਦੀ 22ਵੀਂ ਪੌੜੀ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਇਸ ਪੌੜੀ ਦੀ ਜੋ ਬਣਤਰ ਹੈ, ਇਹਦੇ ਵਿੱਚ 4 ਪੰਕਤੀਆਂ ਸਾਨੂੰ ਦਿਖਦੀਆਂ ਹਨ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ, ਅਸਲੋਂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸੋ ਇਸ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਾਂਗੇ। ਪਹਿਲੇ ਪੜਾਵ ਤੋਂ ਸ਼ੁਰੂ ਕਰੀਏ ਕਿ ਪਹਿਲਾਂ ਪਾਤਾਲਾਂ ਦੀ ਔਰ ਆਗਾਸਾਂ ਦੀ ਗੱਲ ਸ਼ੁਰੂ ਕੀਤੀ ਹੈ। ਇਹਦੇ ਬਾਰੇ ਆਪਾਂ ਨੂੰ ਜੋ ਗਿਆਨ ਹੈਗਾ, ਆਪਾਂ ਉਹ ਆਪ ਜੀ ਨਾਲ ਜੋ ਸਮਝ ਹੈ ਉਹ ਆਪਾਂ ਸਾਂਝੀ ਕਰਦੇ ਹਾਂ। ਇਹ ਜੋ ਪੰਕਤੀ ਹੈ, ਇਹਦੇ ਵਿੱਚ ਲੱਖ ਜਿਹੜਾ ਸ਼ਬਦ ਹੈ, ਉਹਨੂੰ ਆਮ ਤੌਰ ਤੇ ਦੇਹੁਲੀ ਦੀਪਕ ਕਿਹਾ ਜਾਂਦਾ ਹੈ। ਇਹ ਜੋ ਦੇਹੁਲੀ ਦੀਪਕ ਹੁੰਦਾ ਹੈ, ਇਹ ਜਿਵੇਂ ਆਪਣੇ ਘਰ ਦੇ ਵਿੱਚ ਦੇਹੁਲੀ ਹੁੰਦੀ ਹੈ, ਉਹ ਬਾਹਰ ਔਰ ਅੰਦਰ ਦੋ ਪਾਸੇ ਕਨੈਕਟ ਹੁੰਦੀ ਹੈ। ਸੋ ਇਹ ਸ਼ਬਦ ਦੋਹੇ ਪਾਸੇ ਕਨੈਕਟ ਹੋ ਜਾਂਦੇ ਨੇ। ਪਹਿਲਾ ਇੱਕ ਪ੍ਰਮਾਣ ਹੈ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਨਾ ਜੋ ਇੱਥੇ ਦਿਖਣ ਨੂੰ ਤਾਂ ਨੰਨਾ ਲੈਟਰ ਲੱਗਦਾ ਹੈ, ਪਰ ਗੁਰਬਾਣੀ 'ਚ ਲੈਟਰ ਨਹੀਂ ਵਰਤੇ। ਉਹਦੇ ਨਾਲ ਇੱਕ ਮੁਕਤਾ ਜੋ ਵੈਓਲ ਹਮੇਸ਼ਾ ਹੁੰਦਾ ਹੈ, ਉਹਦੀ ਮਾਤਰਾ ਹੁੰਦੀ ਹੈ। ਸੋ ਦੇਹੁਲੀ ਦੀਪਕ ਦੇ ਤੌਰ ਤੇ ਵਰਤਿਆ ਗਿਆ ਹੈ। ਭਾਵ ਕੀ ਬਣਦਾ ਹੈ, ਨਾ ਸਾਧ ਸਤਿਗੁਰ ਸੇਵਿਆ ਤੇ ਨਾ ਹਰੀ ਨੂੰ ਜਾਣਿਆ। ਇਸ ਤਰ੍ਹਾਂ ਹੀ ਜੋ ਇਹ ਪੰਕਤੀ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਕਹਿਣ ਦਾ ਭਾਵ ਹੈ ਕਿ ਪਾਤਾਲ ਵੀ ਲੱਖ ਹਨ ਤੇ ਆਗਾਸ ਵੀ ਲੱਖ ਹਨ। ਸੋ ਇਹ ਇੱਕ ਨੇਮ ਜੋ ਹੈ ਆਪਾਂ ਦ੍ਰਿੜ ਕਰ ਲਿਆ। ਇਹਨਾਂ ਦੇ ਬਾਰੇ ਕਾਫੀ ਇਨਫੋਰਮੇਸ਼ਨ ਅਵੇਲੇਬਲ ਹੈ, ਕਿਉਂਕਿ ਇੱਕ ਫਿਜ਼ੀਕਲ ਵਰਲਡ ਦੀ ਗੱਲ ਹੈ ਜੋ ਆਪਾਂ ਨੂੰ ਦ੍ਰਿਸ਼ਟਮਾਨ ਹੈ, ਉਹਦੀ ਬਹੁਤ ਖੋਜ ਹੋਈ ਹੈ। ਉਹ ਜਿਹੜੀ ਖੋਜ ਹੈ ਉਹਦੇ ਵਿੱਚੋਂ ਆਪਾਂ 2 ਸੈਂਟੈਂਸ ਪੜ੍ਹ ਲੈਂਦੇ ਹਾਂ। The universe is all of space and time and their contents। ਜਿਹਨੂੰ ਆਪਾਂ ਪੁਲਾੜ ਕਹਿੰਦੇ ਆ ਜਾਂ ਵਰਭੰਡ ਕਹਿੰਦੇ ਹਾਂ, ਉਹ ਕੀ ਹੈਗਾ, ਉਹਦੇ ਵਿੱਚ ਕੀ ਕੀ ਚੀਜ਼ਾਂ ਹਨ। ਪਲੈਨਟਸ ਨੇ, ਗ੍ਰਹਿ ਨੇ, ਤਾਰੇ ਨੇ, ਗੈਲੈਕਸੀਜ਼ ਨੇ, ਉਹਨਾਂ ਨੂੰ ਆਕਾਸ਼ ਗੰਗਾਵਾਂ ਕਹਿੰਦੇ ਹਾਂ, ਔਰ ਬਾਕੀ ਮੈਟਰ ਤੇ ਐਨਰਜੀ ਹੋਰ ਵੀ ਹੈ ਇਹਦੇ ਵਿੱਚ। While the spatial size of the entire universe is unknown, ਇਹ ਸਾਇੰਸ ਨੇ ਵੀ ਕਿਹਾ ਹੈ ਕਿ ਸਾਨੂੰ ਉਹਦਾ ਸਪੇਸ਼ਲ ਸਾਈਜ਼ ਦਾ ਐਸਟੀਮੇਟ ਨਹੀਂ ਹੈ, but it is possible to measure the size of the observable universe। ਜੋ ਹੁਣ ਤੱਕ ਦ੍ਰਿਸ਼ਟਮਾਨ ਹੋਇਆ, ਉਹਦਾ ਅੱਗੇ ਕਿੰਨਾ ਵੱਡਾ ਹੈ ਉਹ ਕਿਸੇ ਨੂੰ ਨਹੀਂ ਪਤਾ। ਜਿਹੜੀ ਖਬਰ 25 ਅਗਸਤ ਦੀ ਹੈ, ਉਹਦੇ ਵਿੱਚ ਇਹ ਦੱਸਿਆ ਕਿ ਉਹ 93 ਬਿਲੀਅਨ ਲਾਈਟ ਈਅਰਸ ਇਨ ਡਾਇਮੀਟਰ ਹੈ। ਇੱਕ ਬਹੁਤ ਵੱਡਾ ਨੰਬਰ ਹੈ। ਜੇ ਆਪਾਂ ਇਹਨੂੰ ਕਿਲੋਮੀਟਰ 'ਚ ਕਨਵਰਟ ਕਰੀਏ ਤਾਂ ਸ਼ਾਇਦ ਸਾਰੀ ਸਕਰੀਨ ਭਰ ਜਾਵੇ। ਸੋ ਕਹਿਣ ਦਾ ਭਾਵ ਵੀ ਬੇਅੰਤ ਹੈ, ਕਹਿਣ ਦਾ ਇਹ ਅਰਥ ਬਣੇਗਾ। ਇਹਦਾ ਆਪਾਂ ਪੰਜਾਬੀ ਅਨੁਵਾਦ ਪੜ੍ਹ ਲੈਂਦੇ ਹਾਂ। ਅਨੁਵਾਦ ਵਿੱਚ ਉਹ ਬ੍ਰਹਮੰਡ ਸ਼ਬਦ ਵਰਤਦੇ ਹਾਂ। ਇਹ ਗੱਲ ਵਰਭੰਡ ਦੀ ਹੈ। ਵਰਭੰਡ ਪੁਲਾੜ ਅਤੇ ਸਮੇਂ ਅਤੇ ਉਹਨਾਂ ਦੀ ਅੰਸ਼ਾਂ ਦਾ ਹੈ, ਜਿਸ ਵਿੱਚ ਗ੍ਰਹਿ, ਤਾਰੇ, ਆਕਾਸ਼ ਗੰਗਾਵਾਂ ਅਤੇ ਹੋਰ ਸਾਰੇ ਕਿਸਮ ਦੇ ਪਦਾਰਥ ਅਤੇ ਊਰਜਾ ਸ਼ਾਮਲ ਹਨ। ਹਾਲਾਂਕਿ ਸਾਰੇ ਵਰਭੰਡ ਦੀ ਪੁਲਾੜੀ ਆਕਾਰ ਬਾਰੇ ਪਤਾ ਨਹੀਂ ਹੈ, ਪਰ ਫਿਰ ਵੀ ਇਸ ਸਮੇਂ 93 ਬਿਲੀਅਨ ਪ੍ਰਕਾਸ਼ ਸਾਲ ਦਾ ਇਹਦਾ ਜੋ ਹੈ ਘੇਰਾ ਮੰਨਿਆ ਗਿਆ ਹੈ। ਸੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਵੀ ਐਸਟੀਮੇਟ ਲਾਇਆ, ਜਿੱਥੋਂ ਪੰਕਤੀ ਆਪਾਂ ਸ਼ੁਰੂ ਕੀਤੀ ਹੈ ਉਹ ਵੀ ਐਸਟੀਮੇਟ ਹੈ ਕਿ ਕੋਈ ਵੀ ਜਗ੍ਹਾ ਜਿੱਥੇ ਆਪਾਂ ਖੜ੍ਹਦੇ ਹਾਂ ਉਹਦੇ ਉੱਪਰ ਆਕਾਸ਼ ਮੰਨਿਆ ਜਾਂਦਾ ਹੈਗਾ। ਜਿਹੜੀ ਸਾਡੀ ਦੁਨਿਆਵੀ ਭਾਸ਼ਾ ਉਹਦੇ ਥੱਲੇ ਅਸੀਂ ਪਾਤਾਲ ਮੰਨਦੇ ਹਾਂ। ਨਾਦਰ ਡਰਾਈਵਸ, ਇਹਦਾ ਨਾਂ ਨੈਦਰ ਵੀ ਹੈ, ਨੈਡਰ ਕਹਿੰਦੇ ਹਨ, ਅਰੈਬਿਕ ਦਾ ਵਰਡ ਹੈ। ਤੇ ਇਹਦਾ ਇੱਕ ਆਪੋਜ਼ਿਟ ਹੁੰਦਾ ਜ਼ੈਨਿਥ।
ਇਹ ਦੋਨੋਂ ਵਰਡ ਜੋ ਹਨ ਉਹ ਲਿਟਰੇਚਰ 'ਚ ਰਿਪੋਰਟੇਬਲ ਨੇ। ਦੋਨੋਂ ਹੀ ਜਿਹੜੇ ਹਨ ਇਹ ਕਹਿੰਦੇ ਕਿ ਅਰੈਬਿਕ ਭਾਸ਼ਾ 'ਚੋਂ ਆਏ ਹਨ। ਉਹ ਜਿਹੜਾ ਆਕਾਸ਼ ਪਾਤਾਲ ਦੀ ਗੱਲ ਇੱਥੇ ਗੁਰੂ ਨਾਨਕ ਜੀ ਨੇ ਕੀਤੀ ਹੈ ਉਹ ਵੀ ਜਿਹੜੀ ਅਰਬੀ ਭਾਸ਼ਾ 'ਚ ਇੱਕ ਗ੍ਰੰਥ ਅਵੇਲੇਬਲ ਹੈ ਉਹਦੇ ਤੋਂ ਹੀ ਆ ਰਹੀ ਹੈ, ਕਿਉਂਕਿ ਪਿਛਲੀ ਪੌੜੀ ਵਿੱਚ ਆਪਾਂ ਨੂੰ ਉਹਦਾ ਜੋ ਹੈ ਅੰਦਾਜ਼ਾ ਲੱਗ ਗਿਆ ਸੀ। neither the lowest or most unsuccessful point in a situation। ਸੋ ਇਹ ਇਸੇ ਹੀ ਪੱਖ ਤੋਂ ਇਹ ਗੱਲ ਕਹੀ ਹੈ। ਸਾਡੇ ਟੀਕਾਕਾਰਾਂ ਨੇ ਵੀ ਆਕਾਸ਼ ਦੇ ਅਰਥ ਲੱਭੇ ਹੋਏ ਹਨ। ਆਕਾਸ਼ ਸੰਗਿਆ, ਅਸਮਾਨ, ਅੰਬਰ। ਅੰਬਰ ਜੋ ਹੈ ਉਹ ਅਸਮਾਨ, ਇਹ ਚੇਤਨ ਵਾਸਤੇ ਵੀ ਆ ਜਾਂਦਾ, ਜੜ ਵਾਸਤੇ ਵੀ ਆਉਂਦਾ। ਸੁਰਗ ਲੋਕ ਕਹਿ ਲਓ ਜਾਂ ਦੇਵਲੋਕ। ਦੇਵਲੋਕ ਇੱਥੇ ਉਹਨਾਂ ਨੇ ਅੱਖਰ ਵਰਤਿਆ ਕਿਉਂਕਿ ਜਿਹੜੇ 3 ਲੋਕ ਹਨ ਉਹਨਾਂ 'ਚ ਦੇਵਲੋਕ ਵੀ ਹੈ। ਉੱਚਾ ਪਦ, ਬਾਕੀ ਆਕਾਸ਼। ਇੰਗਲਿਸ਼ ਵਿੱਚ ਵੀ ਇਹਦੇ ਮਤਲਬ ਜਿਹੜੇ ਹਨ ਉਹ ਲਗਭਗ ਬਰਾਬਰ ਹੀ ਹਨ। ਦ ਰੀਜਨ ਆਫ ਦ ਕਲਾਊਡਸ ਔਰ ਦੀ ਅਪਰ ਏਅਰ, ਜਿੱਥੋਂ ਹਵਾ ਔਰ ਅੱਗੇ ਐਟਮੋਸਫੀਅਰ ਤੋਂ ਅੱਗੇ ਜੋ ਜਗ੍ਹਾ ਹੈ ਉਹਨੂੰ ਆਕਾਸ਼ ਹੀ ਕਿਹਾ ਜਾਂਦਾ। ਦ ਅਪਰ ਐਟਮੋਸਫੀਅਰ ਆਫ ਦ ਅਰਥ, ਜਿਹਦੇ ਵਿੱਚ ਐਰੋਪਲੇਨਸ ਫਲਾਈ ਕਰਦੇ ਨੇ ਜਾਂ ਕਲਾਊਡਸ ਹੁੰਦੇ ਨੇ। ਦ ਹੈਵਨਸ ਔਰ ਫਰਮਾਮੈਂਟ ਅਪੀਅਰਿੰਗ ਐਜ਼ ਏ ਗ੍ਰੇਟ ਆਰਕ ਔਰ ਵਾਲਟ, ਉਹ ਇੱਥੇ ਥੋੜ੍ਹਾ ਜਿਹਾ ਇਸ਼ਾਰਾ ਦੇ ਰਹੇ ਹਨ ਕਿ ਇਹ ਹੈਵਨਸ ਵਾਸਤੇ ਵੀ ਵਰਤਿਆ ਗਿਆ ਹੈ ਕਿਸੇ ਮਤ 'ਚ। ਦ ਸੁਪਰ ਨੈਚੁਰਲ ਔਰ ਸੈਲੇਸਟੀਅਲ ਹੈਵਨ, ਉਹ ਸੈਲੇਸਟੀਅਲ ਹੈ, ਉਹ ਚੇਤਨ ਹੈ, ਉਹ ਜੜ ਨਹੀਂ ਹੈ। ਪਰ ਜੋ ਆਕਾਸ਼ ਆਪਾਂ ਨੂੰ ਦਿਖਦਾ ਹੈ, ਜਿਹੜਾ ਕਿ ਆਪਾਂ ਕਹਿੰਦੇ ਨੀਲਾ ਆਕਾਸ਼, ਇਹ ਜੋ ਹੈ ਇਹ ਜੜ ਹੈ। ਗੁਰਬਾਣੀ ਵਿੱਚ ਜੜ ਚੇਤਨ ਦੋਹਾਂ ਦੀ ਗੱਲ ਆਏਗੀ। ਦੂਸਰਾ ਪਾਤਾਲ ਵੀ ਹੈ, ਪ੍ਰਿਥਵੀ ਦੇ ਹੇਠ ਦਾ ਲੋਕ। ਹੁਣ ਇਹਦੇ ਵਿੱਚ ਕੁਛ ਕਲੀਅਰ ਨਹੀਂ ਹੁੰਦਾ ਵੀ ਇਹ ਕਹਿਣਾ ਕੀ ਚਾਹੁੰਦੇ ਨੇ। ਸੰਸਕ੍ਰਿਤ ਦੇ ਵਿਦਵਾਨਾਂ ਨੇ 7 ਪਤਾਲ ਮੰਨੇ ਹਨ। ਦੇਖੋ ਸਪਤ ਪਤਾਲ। ਹੁਣ ਇੱਥੇ ਅੰਡਰਸਟੈਂਡਿੰਗ ਦਾ ਰੌਲਾ ਕਿ ਸਪਤ ਪਤਾਲ ਕਿਹਨੂੰ ਕਿਹਾ ਗਿਆ ਹੈ ਵੇਦ ਵਿੱਚ। ਉਹ ਫਿਰ ਜਦੋਂ ਪੁਰਾਣ ਲਿਖੇ ਗਏ ਉਹਨਾਂ 'ਚ ਉਹ 14 ਕਿਵੇਂ ਬਣ ਗਏ, ਤੇ ਇਹਦੇ ਬਾਰੇ ਜੋ ਆਪਾਂ ਪੁਰਾਣਾਂ 'ਚੋਂ ਹੀ ਪੜ੍ਹਦੇ ਹਾਂ। ਪਾਤਾਲ ਲੋਕ ਦਾ ਨਾਂ ਅੰਡਰਵਰਲਡ ਵੀ ਹੈ। ਧਰਤੀ ਦੇ ਹੇਠਾਂ ਭੂਤਾਂ, ਕੀੜਿਆਂ, ਭੂਤਾਂ, ਨਾਗਾਂ ਅਤੇ ਦਿੱਤੀ ਦੇ ਹੋਰ ਪੁੱਤਰਾਂ ਨੂੰ ਭਗਵਾਨ ਵਿਸ਼ਨੂੰ, ਸ਼ਿਵ ਅਤੇ ਆਦਿ ਸ਼ਕਤੀ ਨੇ ਅੰਡਰਵਰਲਡ ਨੂੰ ਭੇਜਿਆ ਸੀ। ਹੁਣ ਇਹ ਇਹੀ ਜਿਹੜੀਆਂ ਊਟਪਟਾਂਗ ਗੱਲਾਂ ਹੁੰਦੀਆਂ ਇਹ ਪੁਰਾਣਾਂ 'ਚ ਲਿਖੀਆਂ ਹੁੰਦੀਆਂ। ਆਪਾਂ ਕੱਲ੍ਹ ਵੀ ਕਿਹਾ ਸੀ ਵੀ ਪੁਰਾਣਾਂ ਦਾ ਜ਼ਿਕਰ ਦਸਮ ਪਾਤਸ਼ਾਹ ਨੇ ਕੀਤਾ ਹੈ। ਜੋ ਉਹਨਾਂ 'ਚ ਲਿਖਿਆ, ਜੇ ਤੁਸੀਂ ਹੋਰ ਡਿਟੇਲ ਪਤਾ ਕਰਨੀ ਹੋਵੇ ਤੇ ਉਹਦੇ 'ਚ ਤੁਹਾਨੂੰ ਮਿਲ ਜਾਏਗਾ। ਉਲੱਥਾ ਉਵੇਂ ਦਾ ਉਵੇਂ, ਸਿਕੰਦ ਪੁਰਾਣ ਦਾ ਜੋ 10ਵਾਂ ਅਧਿਆਇ ਆ ਉਹਦੇ ਤਾਂ 1194 ਸ਼ਲੋਕ ਉਵੇਂ ਦੇ ਉਵੇਂ ਲਿਖੇ ਹੋਏ ਨੇ। ਸੋ ਉਹ ਤੋਂ ਤੁਹਾਨੂੰ ਆਪਾਂ ਨੂੰ ਆਈਡੀਆ ਲੱਗਣਾ ਚਾਹੀਦਾ ਕਿ ਜੇ ਪਤਾਲਾਂ ਦੀ ਗੱਲ ਹੋ ਰਹੀ ਹੈ, ਇਹ ਗੱਲ ਜਪਜੀ 'ਚ ਵੀ ਹੋਈ ਹੈ, ਅਸੀਂ ਇਹਨੂੰ ਓਵਰਲੁੱਕ ਨਹੀਂ ਕਰ ਸਕਦੇ। ਸਪਤ ਪਤਾਲ ਦਾ ਜੋ ਅਸਲੀ ਅਰਥ ਹੈ ਉਹ ਹਿਰਦਾ ਬਣਦਾ, ਕਿਉਂਕਿ ਜਿਹੜੀ ਆਪਾਂ ਡਾਇਗਰਾਮ ਦਿਖਾਈ ਹੈ ਇਹਦੇ ਸਪਤ ਸਰਿੰਗ ਸ਼ਬਦ ਆਉਂਦਾ। ਸਪਤ ਦਾ ਅਰਥ 7 ਜ਼ਰੂਰ ਹੁੰਦਾ, ਪਰ ਇਹ ਸਾਡੇ ਸਰੀਰ ਦੇ ਜਿਹੜੀ ਖੋਪੜੀ ਹੈ ਉਹਦੇ ਵਿੱਚ 7 ਹੋਲਸ ਹੁੰਦੇ ਨੇ, ਉਹਨਾਂ ਵਾਸਤੇ ਆਉਂਦਾ। ਤੇ ਜਿਹੜਾ ਸਪਤ ਪਤਾਲ ਹੈ ਉਹ ਸਾਡੀ ਤ੍ਰਿਕੁਟੀ ਦੇ ਥੱਲੇ ਜਿਹੜਾ ਸਾਡਾ ਹਿਰਦਾ ਉਹਨੂੰ ਕਿਹਾ ਹੋਇਆ। ਉਹ ਸਿੰਗੂਲਰ ਵਰਡ ਹੈ, ਉਹ 7 ਦੀ ਸੈਂਸ ਨਹੀਂ ਆਉਂਦਾ, ਪਰ ਉਹ ਮੈਟਾਫੋਰਿਕਲੀ ਲਿਖਿਆ ਵੀ 7 ਜਿੱਥੇ ਤ੍ਰਿਕੁਟੀ ਹੈ, ਜਿੱਥੇ ਸਾਡੀ ਸੁਰਤ ਰਹਿੰਦੀ ਹੈ, ਗਿਆਨ ਇੰਦਰੀਆਂ ਨਾਲ ਜੁੜਦੀ ਹੈ, ਉਹਦੇ ਥੱਲੇ ਹਿਰਦਾ ਜਿੱਥੇ ਸਾਡਾ ਮੂਲ ਹੈ। ਸੋ ਇਹਦੇ ਬਾਰੇ ਹੋਰ ਵੀ ਜ਼ਿਕਰ ਹੈ ਕਿ ਸੁਣਿਆ ਧਰਤੀ ਧਵਲ ਆਕਾਸ਼। ਇਹਦੇ ਵਿੱਚ ਆਕਾਸ਼ਬਾਣੀ ਸੁਣਦੀ ਹੈ, ਉਹ ਆਉਂਦੀ ਕਿੱਥੋਂ ਹੈ? ਉਹ ਧਵਲ ਆਕਾਸ਼ 'ਚੋਂ ਆਉਂਦੀ ਹੈ। ਜਿਹੜਾ ਆਕਾਸ਼ ਹੈ ਇਹ ਨੀਲਾ ਆਕਾਸ਼ ਹੈ। ਧਵਲ ਆਕਾਸ਼ ਜੋ ਹੈ ਉਹ ਚੇਤਨ ਹੈ, ਜਿੱਥੋਂ ਹੁਕਮ ਸਾਡੇ ਅੰਦਰ ਹੀ ਹੈ ਜਗ੍ਹਾ। ਪਰ ਅਸੀਂ ਕਿਉਂਕਿ ਤ੍ਰਿਕੁਟੀ ਨਹੀਂ ਛੱਡੀ, ਤ੍ਰਿਕੁਟੀ ਤੋਂ ਗਾਹਾਂ ਬ੍ਰਹਮ ਹੈ, ਬ੍ਰਹਮ ਤੋਂ ਅੱਗੇ ਫਿਰ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਪਾਰ ਬ੍ਰਹਮ ਜੋ ਹੈ ਧਵਲ ਆਕਾਸ਼ ਹੈ। ਉੱਥੋਂ ਹੁਕਮ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਕਹੀਏ ਸੁਣਦਾ ਤਾਂ ਨਹੀਂ ਹੈ, ਉਹ ਫੁਰਨੇ ਦੇ ਰੂਪ 'ਚ ਸਾਡੇ ਕੋਲ ਆਉਂਦਾ। ਉਹਦੀ ਗੱਲ ਜੋ ਹੈ ਉਹ ਮਾਇਆ ਵਿੱਚ ਕਰਨੀ ਬੜੀ ਔਖੀ ਹੈ, ਪਰ ਇਹਦਾ ਆਪਾਂ ਨੂੰ ਇਸ਼ਾਰਾ ਮਿਲਿਆ ਹੈ ਗੁਰਬਾਣੀ ਅੰਦਰ। ਹੁਣ ਆਪਾਂ ਦੇਖ ਲੈਂਦੇ ਹਾਂ ਵੀ 2 ਤਰ੍ਹਾਂ ਦੇ ਆਕਾਸ਼ਾਂ ਪਤਾਲਾਂ ਦੀ ਗੱਲ ਆ ਰਹੀ ਹੈ। ਨਾਮ ਕੇ ਧਾਰੇ, ਹੁਣ ਨਾਮ ਕੀ ਹੈ? ਨਾਮ ਹੁਕਮ ਹੈ। ਸੋ ਤਾਂ ਹੀ ਆਪਾਂ ਇਹਨੂੰ ਬਲੂ ਸ਼ੋ ਕੀਤਾ ਡਾਰਕ, ਜਿੱਥੇ ਆਪਾਂ ਨੂੰ ਪੋਸੀਬਿਲਿਟੀ ਹੁੰਦੀ ਹੈ। ਆਕਾਸ਼ ਪਤਾਲ ਜੋ ਹਨ
ਉਹ ਜਿਹੜੇ ਆਪਾਂ ਨੂੰ ਦਿਖਦੇ ਹਨ। ਜਿਹੜੇ ਆਪਾਂ ਹੁਣੇ ਪੌੜੀ ਜਿੱਥੋਂ ਸ਼ੁਰੂ ਕੀਤੀ ਸੀ ਉੱਥੋਂ ਹੀ ਆਪਾਂ ਨੂੰ ਆਕਾਸ਼ ਪਾਤਾਲ ਦੀ ਦੇਰੀ ਦੀ ਗੱਲ ਹੋਈ ਸੀ। ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼। ਉਹ ਕਹਿੰਦੇ ਵੀ ਇਹ ਜਿਹੜੇ ਆਕਾਸ਼ ਪਾਤਾਲ ਹਨ ਇਹ ਹਰੇਕ ਇੱਕ ਪਲੈਨਟ ਦੇ ਆਪਣੇ ਹੁੰਦੇ ਨੇ। ਉਹ ਜਿਹੜੇ ਹਨ ਉਹ ਅੱਗੇ ਇੱਕ ਚਿੜਾ ਆਕਾਸ਼ ਜਾਂ ਕਹਿ ਲਓ ਧਵਲ ਆਕਾਸ਼ ਦੇ ਵਿੱਚ ਹੁੰਦੇ ਨੇ। ਉਹ ਧਵਲ ਆਕਾਸ਼ ਇੱਕ ਹੀ ਹੈ, ਪਰ ਇੱਥੇ ਜਿੰਨੀਆਂ ਪਲੈਨਟ ਨੇ ਸਭ ਦਾ ਆਪਣਾ ਆਪਣਾ ਪਾਤਾਲ ਹੈ, ਆਪਣਾ ਆਪਣਾ ਆਕਾਸ਼ ਹੈ। ਉਹ ਕਹਿਣਾ ਚਾਹੁੰਦੇ ਨੇ ਜਿਹੜੇ ਸੋਚਦੇ ਹਨ ਕਿ ਅਸੀਂ ਧਰਮ ਦਾ ਕੋਈ ਗਿਆਨ ਦੇਵਾਂਗੇ, ਪਰ ਉਹ ਅਸਲ ਵਿੱਚ ਗੱਲ ਇਹ ਹੈ, ਗੁਰਬਾਣੀ ਨੇ ਮੰਨਿਆ ਵੀ ਉਹ ਨਾਮ ਕੇ ਧਾਰੇ ਹੈ, ਨਾਮ ਦੇ ਵਿੱਚ ਹੀ ਆ ਉਹ, ਕਿਉਂਕਿ ਸਾਰੀ ਸ੍ਰਿਸ਼ਟੀ ਨਾਮ ਦੀ ਉਪਾਈ ਹੈ, ਸ਼ਬਦ ਤੋਂ ਉਪਾਈ ਹੈ, ਸ਼ਬਦ ਦੇ ਨਾਮ ਹੈ। ਤੇ ਇਹ ਸ਼ਬਦ ਚੇਤਨ ਹੈ। ਇੱਕ ਸ਼ਬਦ ਆਪਾਂ ਗੁਰ ਕਾ ਸ਼ਬਦ ਜਿਹੜਾ ਆਪਾਂ ਪੜ੍ਹ ਰਹੇ ਹਾਂ ਅੱਖਾਂ ਨਾਲ ਦੇਖ ਕੇ ਉਚਾਰਦੇ ਹਨ, ਉਹ ਗੁਰ ਕਾ ਸ਼ਬਦ ਹੈ। ਆ ਨਾਮ ਕੇ ਧਾਰੇ ਸ਼ਬਦ ਗੁਰੂ ਹੁੰਦਾ ਹੈ, ਇਹ ਚੇਤਨ ਹੈ। ਇਹ ਸਿਰਫ ਭਗਤਾਂ ਨੂੰ ਹੀ ਆਪਣੇ ਅੰਦਰ ਉਹਦੀ ਕੋਈ ਨਾ ਕੋਈ ਆਹਟ ਸੁਣੀ ਹੈ ਫੁਰਨੇ ਦੇ ਰੂਪ ਵਿੱਚ। ਭੈ ਵਿਚਾਰ ਡਾਣੇ ਆਕਾਸ਼, ਭੈ ਵੀ ਹੁਕਮ ਦਾ ਹੀ ਨਾਮ ਹੈ, ਕਿਉਂਕਿ ਇਹ ਨਿਰਭੈ ਜਿਹੜੇ ਹੈ ਉਹਨਾਂ ਤੋਂ ਪੈਦਾ ਹੁੰਦਾ। ਤੇ ਜਿਹੜੇ ਅਸੀਂ ਸ੍ਰਿਸ਼ਟੀ 'ਚ ਹੈ ਉਹ ਸਾਰੇ ਉਸ ਹੁਕਮ 'ਚ ਹੁੰਦੇ ਹਾਂ। ਆਡਾਣੇ ਆਕਾਸ਼ ਕਿ ਜਿਹੜਾ ਆਪਾਂ ਨੂੰ ਆਕਾਸ਼ ਦਿਖਦਾ ਇਹਦੇ ਵਿੱਚ ਕੋਈ ਸਲਵਟ ਨਹੀਂ ਹੈ, ਐਨ ਇਹ ਆਪਾਂ ਨੂੰ ਕਲੀਅਰ ਪਲੇਨ ਦਿਖਦਾ। ਉਹ ਦੱਸ ਰਹੇ ਵੀ ਹੁਕਮ ਕਰਕੇ ਇਹ ਦਿਖਦਾ, ਕਿਉਂਕਿ ਇਹ ਰਿਫਲੈਕਸ਼ਨ ਤਾਂ ਲਾਈਟ ਦੀ ਹੋਈ ਹੈ। ਇਹ ਲਿਮਿਟ ਆਫ ਆਵਰ ਵਿਜ਼ਨ ਹੈ, ਇਹ ਤੋਂ ਅੱਗੇ ਅਸੀਂ ਦੇਖ ਨਹੀਂ ਸਕਦੇ। ਸਾਨੂੰ ਉਹ ਸਕੈਟਰਡ ਬਲੂ ਲਾਈਟ ਦਿਖਦੀ ਹੈ ਜਿਹੜੀ ਸੈਂਟਰ 'ਚ ਹੈ। ਉਹ ਅਸਲ 'ਚ ਉਹ ਦੱਸਣਾ ਚਾਹੁੰਦੇ ਆ ਵੀ ਜਿਹੜੀਆਂ ਨੂੰ ਸੁਣਦੀ ਹੈ ਬਾਣੀ, ਸੁਣਿਆ ਧਰਤੀ ਹਿਰਦੇ 'ਚ ਸੁਣਦੀ ਹੈ, ਸਪਤ ਪਤਾਲ 'ਚ ਸੁਣਦੀ ਹੈ, ਤੇ ਉਹ ਹੈਗੀ ਧਵਲ ਆਕਾਸ਼। ਉਹ ਧਵਲ ਆਕਾਸ਼ 'ਚੋਂ ਆਉਂਦੀ ਹੈ। ਉਹਦਾ ਜੋ ਹੈ ਡੁਪਲੀਕੇਸੀ ਚੱਲਣ ਲੱਗ ਗਈ ਸੀ, ਜੋਗਮਤ ਜਿਹੜੀ ਆਪਾਂ ਕਹਿੰਦੇ ਆ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਇਰੀਸ। ਕੁਛ ਜਿਹੜੇ ਸੀ ਉਹ ਉਹਨਾਂ ਨੂੰ ਸ਼ੋਰ ਸੁਣਨ ਲੱਗ ਗਿਆ ਸੀ, ਕੰਨਾਂ ਵਿੱਚ ਕੋਈ ਸ਼ੋਰ ਸੁਣਦਾ ਸੀ, ਉਹਨੂੰ ਨਾਦ ਕਹਿਣ ਲੱਗ ਗਏ ਸੀ। ਕਿਉਂਕਿ ਜਦੋਂ ਬ੍ਰੇਨ ਨੂੰ ਤੁਸੀਂ ਹਲੂਸੀਨੇਸ਼ਨ 'ਚ ਲੈ ਜਾਓ ਉਹ ਤੁਹਾਨੂੰ ਕੁਛ ਅਜੀਬ ਜਿਹਾ ਹੀ ਫੀਲ ਹੁੰਦਾ। ਉਹ ਕਹਿੰਦੇ ਸ਼ਬਦ ਸੁਣ ਗਿਆ, ਸ਼ਬਦ ਸੁਣ ਗਿਆ, ਪਰ ਉਹ ਸ਼ਬਦ ਸ਼ੋਰ ਨਹੀਂ ਹੈ, ਉਹ ਸ਼ਬਦ ਸੋਝੀ ਹੈ, ਉਹ ਤਾਂ ਸ਼ਬਦ ਰਸੀਲਾ ਹੈ। ਹੁਣ ਤਾਂ ਰਾਮ ਬੇਣ ਲਿਖਿਆ, ਧੰਨ ਧੰਨ ਉਹ ਰਾਮ ਬੇਣ ਵੱਜੈ, ਉਹ ਰਾਮ ਦੇ ਅੰਦਰ ਵੱਜਦੀ ਹੈ। ਉਹ ਤ੍ਰਿਕੁਟੀ 'ਚ ਨਹੀਂ ਸੁਣਦਾ, ਪਰ ਉਹ ਤ੍ਰਿਕੁਟੀ 'ਚ ਸੁਣਦੇ ਸੀ ਤਾਂ ਉਹਨਾਂ ਨੂੰ ਕੀਟ ਕਿਹਾ ਹੋਇਆ। ਵੀ ਜਿਵੇਂ ਕੀੜੇ ਸੋਚਣ ਵੀ ਅਸੀਂ ਹਵਾ 'ਚ ਉੜ ਲਈਏ, ਕੀੜੀਆਂ ਦੇ ਤਾਂ ਫੰਗੇ ਨਹੀਂ ਹੁੰਦੇ ਜਾਂ ਉਹਨਾਂ ਦੇ ਫੈਦਰਸ ਨਹੀਂ ਹੁੰਦੇ। ਸੋ ਅੱਗੇ ਵੀ ਜਿਹੜੀ ਆਪਾਂ ਨੂੰ ਪੰਕਤੀ ਆ ਰਹੀ ਹੈ, ਆਪੇ ਤਖਤ ਰਚਾਇਨ ਆਕਾਸ਼ ਪਾਤਾਲਾ, ਇਹ ਜੀਵ ਦੇ ਅੰਦਰ ਹੈ, ਇਹੀ ਹਿਰਦਾ ਹੈ ਤਖਤ, ਤਾਂ ਉਹਦੇ ਨਾਲ ਹੀ ਆਕਾਸ਼ ਪਾਤਾਲ ਜੁੜਦੇ ਨੇ। ਹੁਕਮੇ ਧਰਤੀ ਸਾਜੀਅਨ, ਇਹ ਵੀ ਸਾਡਾ ਹਿਰਦੇ ਹੈ। ਸੱਚੀ ਧਰਮਸ਼ਾਲਾ, ਕਿਉਂਕਿ ਇਹ ਸੱਚੀ ਧਰਮਸਾਲ ਹੈ, ਇਹ ਝੂਠੀ ਨਹੀਂ ਹੈ। ਜਿਹੜਾ ਆਪਾਂ ਬਾਹਰ ਸਕੂਲ 'ਚ ਪੜ੍ਹਦੇ ਹਾਂ ਉਹ ਧਰਮਸਾਲ ਹੁੰਦੀ ਹੈ, ਪਰ ਉਹ ਝੂਠੀ ਹੈ। ਇਹ ਸੱਚੀ ਹੈ ਜਿੱਥੇ ਧਰਮ ਕਮਾਉਣਾ, ਜਿੱਥੇ ਵਿਚਾਰ ਕਰਨੀ ਹੈ। ਸੋ ਇਹ ਦੋਹੇ ਆਪਾਂ ਦੇਖ ਲਏ ਗੁਰਬਾਣੀ ਵਿੱਚ, ਜੜ ਤੇ ਚੇਤਨ ਦੋਹਾਂ ਆਕਾਸ਼ਾਂ ਦੀ ਗੱਲ ਹੁੰਦੀ ਹੈ। ਹੁਣ ਅਗਲਾ ਜਿਹੜਾ ਆਪਣੇ ਕੋਲ ਪੰਕਤੀ ਦਾ ਹਿੱਸਾ ਹੈ, ਓੜਕ ਓੜਕ ਭਾਲ ਥੱਕੇ। ਸੋ ਓੜਕ ਜਿਹੜਾ ਵਰਡ ਹੈ ਇਹ ਵੀ ਹੋੜੇ ਨਾਲ ਲਿਖਿਆ ਜਾਂਦਾ ਹੈ, ਜਿਵੇਂ ਓਂਕਾਰ ਜਾਂ ਓਂ। ਸੋ ਇਹ ਹੋੜਾ ਲੱਗਿਆ ਹੋਣ ਕਰਕੇ ਊੜੇ ਦੇ ਥੱਲੇ ਮਾਤਰਾ ਨਹੀਂ ਹੈ, ਉੱਪਰ ਇਹਦਾ ਮੂੰਹ ਖੁੱਲ੍ਹਾ ਹੈ। ਉਹ ਕਹਿੰਦੇ ਕਿ ਓੜਕ ਦਾ ਅਰਥ ਹੁੰਦਾ ਹੈਗਾ ਓੜਨਾ ਕਥਨ ਹੈ ਸਿਫਤੀ ਸਜਾਈ, ਅੰਤ ਨਹੀਂ ਪਾਇਆ ਜਾ ਸਕਦਾ, ਇੱਕ ਲਿਮਿਟਲੈਸ ਚੀਜ਼ ਹੈ। ਇਹਦਾ ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਦੱਸਿਆ ਹੈ, ਸੰਗਿਆ ਅੰਤ ਹੱਦ, ਤੇ ਇਹਦੇ ਹੋਰ ਅਰਥ ਵੀ ਹਨ। ਉਹਨਾਂ ਨੇ ਦੱਸਿਆ ਓਟ ਦੀ ਔਰ ਸ਼ਰਨ ਦੀ ਵੀ ਗੱਲ 'ਚ ਉਹ ਆ ਜਾਂਦਾ ਹੈ ਸ਼ਬਦ। ਬਾਕੀ ਔਰ, ਕਿਉਂਕਿ ਰਾਰਾ ਔਰ ਰਾੜਾ ਐਕਸਚੇਂਜੇਬਲ ਹੈ, ਔਰ ਰਾੜੇ ਵਾਸਤੇ ਆ ਜਾਂਦਾ ਹੈ ਔਰ ਰਾਰਾ ਰਾੜੇ ਵਾਸਤੇ, ਮਤਲਬ ਰਾੜਾ ਨਹੀਂ ਸੀ ਪਹਿਲਾਂ, ਰਾਰਾ ਆਉਂਦਾ ਹੈ। ਸੋ ਉੱਥੇ ਔਰ ਲਿਖਿਆ ਹੋਇਆ, ਉਹਦਾ ਮਤਲਬ ਹੈ ਉਸ ਤਰਫ। ਸੋ ਇਹ ਦੋਹੇ ਸੈਂਸ 'ਚ ਵਰਡ ਆਪਣੇ ਕੋਲ ਜਾਂ ਮਲਟੀਪਲ ਸੈਂਸ 'ਚ ਆਉਂਦਾ ਹੈ, ਪਰ ਇੱਥੇ ਇਹਦਾ ਜੋ ਆਪਾਂ ਮੇਨ ਅਰਥ ਲੈਂਦੇ ਹਾਂ ਉਹ ਹੈਗਾ ਕਿ ਲਿਮਿਟ। ਉਹ ਮੱਤਾਂ ਵਾਲੇ ਜਿਹੜੇ ਆਪਣੇ ਆਪ ਨੂੰ ਬੜੇ ਸਮਝਦੇ ਸੀ ਕਿ ਸਾਡੇ ਕੋਲ ਗਿਆਨ ਹੈ, ਉਹ ਓੜਕ ਓੜਕ ਉਹਨਾਂ ਨੇ ਸੋਚਿਆ ਵੀ ਅਸੀਂ ਇਹਦੇ ਪੈਰੀਫੈਰੀ ਜਾਂ ਇਹਦਾ ਜੋ ਯੂਨੀਵਰਸ ਹੈ ਇਹਦਾ ਅੰਤ ਲੱਭ ਲਾਂਗੇ, ਪਰ ਉਹ ਭਾਲ ਥੱਕੇ। ਉਹਨਾਂ ਨੇ ਉਹ ਭਾਲਦੇ ਹੀ ਰਹੇ, ਭਾਲ ਕੇ ਉਹ ਥੱਕ ਗਏ, ਪਰ ਉਹਨਾਂ ਨੂੰ ਨਹੀਂ ਮਿਲੀ। ਇਸ ਤੋਂ ਜੋ ਆਪਾਂ ਨੂੰ ਹੁਣ ਅਗਲੀ ਜੋ ਫੈਸਲਾ ਵੇਦ ਦਾ ਹੈ, ਗੁਰਬਾਣੀ ਦਾ ਹੈ,
ਉਹ ਆਪਾਂ ਵਿਚਾਰਦੇ ਹਾਂ। ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ। ਇਹ ਗੱਲ ਬਹੁਤ ਵਿਚਾਰਨ ਵਾਲੀ ਹੈ ਕਿ ਜਿਹੜਾ ਵੇਦ ਸ਼ਬਦ ਇੱਥੇ ਆਇਆ ਹੈ, ਉਹ ਕਹਿਣ ਜਿਹੜਾ ਇਹਦੇ ਨਾਲ ਐਡਜੈਕਟ ਵਰਬ ਲੱਗਿਆ ਹੈ, ਉਹ ਪਲੂਰਲ 'ਚ ਹੈ ਕਿ ਬਹੁਤ ਵੇਦ ਹੋਏ ਨੇ, ਪਰ ਆਪਾਂ ਨੂੰ ਪਤਾ ਹੈ ਕਿ ਵੇਦ ਚਾਰੇ ਹੋਏ ਨੇ, ਤੇ ਇਹ ਪਲੂਰਲ ਦੀ ਸੈਂਸ 'ਚ ਹੈ। ਜੋ ਗੁਰਮਤ ਦਾ ਆਪਾਂ ਵਿਸ਼ਲੇਸ਼ਣ ਕਰੀਏ ਸਹੀ, ਤਾਂ ਕਹਿਣ ਵਾਲਾ ਚੇਤਨ ਹੁੰਦਾ। ਆਪਾਂ ਜਾਣਦੇ ਹਾਂ ਕਿ 35 ਭਗਤਾਂ ਦੀ ਬਾਣੀ ਦਰਜ ਹੈ, ਉਹਨਾਂ ਨੇ ਵੀ ਤਾਂ ਇੱਕ ਬਾਤ ਇਹ ਕਹੀ ਹੈ। ਹੁਣ ਇੱਕ ਜਿਹੜਾ ਸ਼ਬਦ ਹੈ ਇੱਥੇ, ਉਹਦੇ ਤੇ ਔਂਕੜ ਨਹੀਂ ਲੱਗਿਆ ਹੋਇਆ, ਉਹ ਮੁਕਤਾ ਹੈ, ਕਿਉਂਕਿ ਵਾਤ ਜੋ ਹੈ ਸ਼ਬਦ ਉਹ ਫੈਮਿਨਾਈਨ ਹੈ, ਤਾਂ ਹੀ ਉਹਦੇ ਨਾਲ ਇੱਕ ਮੁਕਤੇ ਵਾਲਾ ਆਇਆ। ਜੇ ਆਪਾਂ ਇਹਨੂੰ ਵਿਚਾਰੀਏ ਵੀ ਇਹਦਾ ਆਪਾਂ ਨੂੰ ਆਹ ਜੋ ਸ਼ਬਦ ਹੈ ਇਹ ਆਪਣੇ ਲਈ ਫੈਮਿਨਾਈਨ ਹੈ, ਤੇ ਵਾਤ ਦਾ ਅਰਥ ਹੁੰਦਾ ਹੈ ਖਬਰ। ਖਬਰ ਕਿਹਨੇ ਦਿੱਤੀ ਹੈ? ਭਗਤਾਂ ਨੇ ਦਿੱਤੀ ਹੈ, ਲਿਆ ਕੇ ਕਿੱਥੋਂ? ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੇ। ਇਹ ਉਹੀ ਗੱਲ ਹੈ, ਕਹਿਣਾ ਸੁਣਾਉਣਾ ਚੇਤਨ ਦਾ ਕੰਮ ਹੁੰਦਾ ਹੈ। ਅਸੀਂ ਸੋਚਦੇ ਹਾਂ ਸ਼ਾਇਦ ਕੋਈ ਚੀਜ਼ ਲਿਖੀ ਹੋਈ ਵੇਦ ਹੁੰਦੀ ਹੈ। ਲਿਖਣ ਤੋਂ ਪਹਿਲਾਂ ਕਦੇ ਵੀ ਵੇਦ ਲਿਖੇ ਨਹੀਂ ਸੀ ਜਾਂਦੇ। ਸ਼ੁਰੂ ਵਿੱਚ ਵੇਦ ਹਮੇਸ਼ਾ ਹੀ ਮੌਖਿਕ ਸੀ, ਕਿਉਂਕਿ ਲਿਖਣ ਦਾ ਕੋਈ ਮਟੀਰੀਅਲ ਅਵੇਲੇਬਲ ਨਹੀਂ ਸੀ। ਹੁਣ ਪਿੱਛੇ ਇੰਨੇ ਸਾਲਾਂ ਤੋਂ ਜੋ ਗੁਰਬਾਣੀ ਲਿਖੀ ਹੈ, ਉਸ ਸਮੇਂ ਕਾਗਜ਼ ਸੀ ਔਰ ਬੜਾ ਰੈਡੀਲੀ ਅਵੇਲੇਬਲ ਸੀ, ਫਿਰ ਉਹ ਕਾਗਜ਼ 'ਤੇ ਲਿਖੇ ਗਏ। ਪਰ ਉਸ ਤੋਂ ਪਹਿਲਾਂ ਉਹ ਪ੍ਰਗਟ ਹੁੰਦਾ। ਕਿੱਥੇ ਪ੍ਰਗਟ ਹੁੰਦਾ, ਇਹਦਾ ਵੀ ਆਪਾਂ ਨੂੰ ਗੁਰਬਾਣੀ 'ਚ ਦੱਸਿਆ। ਸੋ ਕਥਨ ਜੋ ਸ਼ਬਦ ਹੈ, ਇਹਦਾ ਅਰਥ ਹੈਗਾ ਕਹਿਣ ਦਾ ਅਰਥ ਹੈਗਾ ਕਥਨ ਕਰਨਾ, ਆਖਣਾ, ਅਟਰੈਂਸ, ਰਿਮਾਰਕ, ਕਮੈਂਟ, ਆਬਜ਼ਰਵੇਸ਼ਨ। ਇਹ ਚੇਤਨ ਦਿੰਦਾ ਹੁੰਦਾ। ਸੋ ਵੇਦ ਦਾ ਮਤਲਬ ਹੈ ਵੀ ਜਿੰਨੇ ਧਰੂ ਪ੍ਰਹਲਾਦ ਜੋ ਪਹਿਲਾਂ ਭਗਤ ਹੋਏ ਹਨ, ਜਾਂ ਜਿਨ੍ਹਾਂ ਦਾ ਹੋਰ ਵੀ ਜ਼ਿਕਰ ਹੈ ਵੇਦ ਵਿਆਸ ਜੀ ਦਾ, ਉਹ ਸਭ ਕਹਿੰਦੇ ਰਹੇ ਹੈ, ਗੱਲ ਸਮਝਾਉਂਦੇ ਰਹੇ ਨੇ। ਸੋ ਕਹਿਣ ਦੀ ਜੋ ਸੈਂਸ ਹੈ, ਉਹ ਇਕੱਲਾ ਸਿੱਧੀ ਲਿਖਾਈ 'ਚ ਚੀਜ਼ ਨਹੀਂ ਆਉਂਦੀ, ਉਸ ਤੋਂ ਪਹਿਲਾਂ ਉਹ ਕਹੀ ਗਈ ਹੈ ਚੇਤਨ ਦੁਆਰਾ, ਜਿਹਦੇ ਅੰਦਰ ਇੱਕ ਹਿਰਦਾ ਹੈ ਤੇ ਇੱਕ ਉਹਦਾ ਜੋ ਇਨਰ ਕੌਨਸ਼ੀਅਸਨੈਸ ਹੈ, ਉਹਨੂੰ ਕਹੋ ਮੂਲ ਹੈ, ਇੱਕ ਉਹਦਾ ਮਨ ਹੈ। ਪਰ ਉਹ ਮਨ ਜੇ ਹੈ ਮੂਲ ਦੇ ਨਾਲ ਰਲ ਕੇ ਬੋਲਦਾ। ਪਰ ਜਦੋਂ ਆਪਾਂ ਮਨਮੁਖ ਹੁੰਦੇ ਹਾਂ, ਮਨ ਇਕੱਲਾ ਬੋਲਦਾ। ਉਹਨੂੰ ਦੱਸਿਆ ਕਿ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਆਪਣਾ ਮੂਲ ਪਛਾਣ ਲਿਆ, ਉਹਨਾਂ ਦੇ ਅੰਦਰ ਫਿਰ ਵੇਦ ਪ੍ਰਗਟ ਹੋ ਜਾਂਦਾ। ਉਹ ਫਿਰ ਸੱਚਖੰਡ ਦਾ ਜੋ ਹੁਕਮ ਹੈਗਾ, ਉਹ ਸਾਨੂੰ ਵਾਰਤਕ ਰੂਪ ਵਿੱਚ ਦੱਸਦੇ ਨੇ। ਸੋ ਇਹਦਾ ਅਰਥ ਇਹ ਹੈ ਕਿ ਵੇਦ ਇੱਕ ਨਹੀਂ ਹੈ ਕਿ ਆਪਾਂ ਚਾਰੇ ਵੇਦ ਸਮਝੀਏ। ਚਾਰ ਵੇਦ ਤਾਂ ਮੰਨੇ ਹੋਏ ਆ, ਪਰ ਇੱਥੇ ਵੇਦ ਜੋ ਹੈ ਸ਼ਬਦ ਉਹ ਕਹਿਣ ਵਾਲਾ। ਉਹ 35 ਭਗਤ ਹੈ, 35 ਦੇ 35 ਹੀ ਵੇਦ ਨੇ ਸਾਡੇ ਲਈ। ਉਹਨਾਂ ਨੇ ਸਭ ਨੇ ਇੱਕੇ ਗੱਲ ਦੱਸੀ ਹੈ। ਉਹਨਾਂ ਤੋਂ ਪਿੱਛੋਂ ਵੀ ਵੇਦ ਮਤ ਵਿੱਚ ਇੱਕੇ ਗੱਲ, ਇੱਕੇ ਫੈਸਲਾ ਹੈ ਕਿ ਕੀ ਦੱਸੀ ਹੈ ਉਹਨਾਂ ਨੇ, ਉਹ ਆਪਾਂ ਦੇਖ ਲੈਂਦੇ ਹਾਂ। ਹਰਿ ਸਿਮਰਨ ਲਗ ਵੇਦ ਉਪਾਏ। ਇਹ ਸਮਝ ਲਈਏ ਵੀ ਜਿਹੜਾ ਪਰਮੇਸ਼ਰ ਹੈ, ਪਹਿਲਾਂ ਆਪਾਂ ਮਨ ਜੋ ਹੈ ਭਗਤੀ ਕਰਨ ਤੋਂ ਪਹਿਲਾਂ ਜਪਦਾ ਹੈ। ਹੁਣ ਜਿਹੜਾ ਸਾਡਾ ਮੂਲ ਹੈ, ਉਹ ਫਿਰ ਗਾਂ ਹਰੀ ਦੇ ਸਿਮਰਨ ਵਿੱਚ ਲੱਗਿਆ ਰਹਿੰਦਾ। ਉਹਦੇ ਅੰਦਰ ਸ਼ਬਦ ਪ੍ਰਗਟ ਹੋ ਜਾਂਦਾ, ਉਹਦੇ ਨਾਲ ਫਿਰ ਵੇਦ ਉਪਾਇਆ ਜਾਂਦਾ। ਵਾਵੇ ਨਾਲ ਵੀ ਲਿਖਿਆ ਜਾਂਦਾ ਹੈ, ਬੱਬੇ ਨਾਲ ਵੀ ਲਿਖਿਆ ਜਾਂਦਾ। ਉਹਦਾ ਜੋ ਸਾਰ ਹੈ ਉਹ ਇਹੀ ਹੈ ਕਿ ਜੋ ਮੰਨੇ ਹੋਏ ਨੇ ਲੱਖ ਆਗਾਸਾਂ ਆਗਾਸ, ਉਹ ਸਹੀ ਨਹੀਂ ਹੈ, ਕਿਉਂਕਿ ਅਸੀਂ ਰਚਨਾ ਦਾ ਜੋ ਸਾਨੂੰ ਦਿਖਦੀ ਹੈ ਉਹਦੀ ਗਿਣਤੀ ਨਹੀਂ ਅਸੀਂ ਕਰ ਸਕਦੇ। ਉਹ ਗਿਣਤੀ ਤੋਂ ਸਾਡੇ ਲਈ ਬਾਹਰ ਹੈ। ਹੁਣ ਇੱਕ ਗੱਲ ਹੋਰ ਆਪਾਂ ਵਿਚਾਰੀਏ ਕਿ ਗੁਰਬਾਣੀ ਦਾ ਹੀ ਇਹ ਫੈਸਲਾ ਹੈ ਕਿ ਚਾਰੇ ਵੇਦ, ਜਿਹੜੇ ਚਾਰੇ ਵੇਦ ਮੰਨਦੇ ਆ, ਉਹ ਕਹਿੰਦੇ ਬ੍ਰਹਮੇ ਕੋ ਦੀਏ। ਕਿਹਨੂੰ ਦਿੱਤੇ ਹੈ? ਬ੍ਰਹਮੇ ਦਾ ਅਰਥ ਜੀਵ ਹੁੰਦਾ। ਬ੍ਰਹਮਾ ਜੀਓ ਹੁੰਦਾ, ਬ੍ਰਹਮੇ ਹੁੰਦਾ ਜੀਵ। ਕੋ ਦੀਏ ਕਿਉਂ? ਤਾਂ ਕਿ ਉਹ ਪੜ੍ਹ ਕੇ ਮੁਕਤ ਹੋ ਸਕੇ। ਪੜ੍ਹ ਕਰੇ ਵਿਚਾਰੀ। ਹੁਣ ਦਿੱਤੇ ਕਿਹਨੇ ਹੈ? ਤਾ ਕਾ ਹੁਕਮ ਨਾ ਬੂਝੇ ਬਬੜਾ। ਹੁਕਮ ਨੇ ਦਿੱਤੇ ਹੈ। ਇਹ ਗੱਲ ਵੇਦ ਹਮੇਸ਼ਾ ਹੁਕਮ 'ਚ ਆਉਂਦਾ। ਤੇ ਹੁਣ ਆਪਣੇ ਸਾਹਮਣੇ ਇੱਕ ਹੋਰ ਜੋ ਸਵਾਲ ਖੜਾ ਹੋਏਗਾ ਕਿ ਜੇ ਉਹ ਬੁੱਝਦਾ ਹੁਕਮ ਤਾਂ ਉਹ ਮੁਕਤ ਹੈ, ਫਿਰ ਉਹਨੂੰ ਦੋ ਪਦਾਰਥ ਹੋਰ ਵੀ ਮਿਲ ਸਕਦੇ ਨੇ। ਪਰ ਜੇ ਉਹ ਅਜੇ
ਪੜ੍ਹ ਕੇ ਬੁੱਝਿਆ ਹੀ ਨਹੀਂ ਉਹਨੇ, ਉਹ ਤਾਂ ਨਰਕ ਸੁਰਗ ਅਵਤਾਰੀ ਓ ਰਹੇਗਾ, ਉਹ ਤਿੰਨ ਲੋਕਾਂ 'ਚ ਫਿਰਦਾ ਰਹੇਗਾ। ਸੋ ਹੁਕਮ ਦਾ ਅਰਥ ਓਂਕਾਰ ਹੈ। ਹੁਣ ਜਿਹੜੀ ਆ ਪੰਕਤੀ ਗੁਰੂ ਨਾਨਕ ਜੀ ਨੇ ਦਰਜ ਕੀਤੀ ਹੈ, ਉਹ ਕਹਿੰਦੇ ਕਲਿਮੇ ਵੇਦ ਥਰਬਣ ਹੋਊਗਾ, ਵੀ ਜਦੋਂ ਕਲਪਨਾ ਰੋਕਣ ਲਈ ਵੇਦ ਦੀ ਲੋੜ ਹੈ। ਮਨ ਨੂੰ ਕਲਪਨਾ ਦੀ ਆਦਤ ਪੈ ਜਾਂਦੀ ਹੈ, ਉਹ ਕਲਪਨਾ ਰੋਕਣ ਲਈ ਉਹਨੂੰ ਗਿਆਨ ਚਾਹੀਦਾ। ਗਿਆਨ ਚਾਹੀਦਾ ਜਿਹੜਾ ਬਾਹਰੋਂ ਆਇਆ ਹੋਵੇ, ਇੱਥੇ ਦਾ ਗਿਆਨ ਇਨਫ ਨਹੀਂ ਹੈ, ਕਿਉਂਕਿ ਜਿਹੜਾ ਇੱਥੇ ਦਾ ਗਿਆਨ ਹੈ ਉਹ ਤਾਂ ਆਪ ਕਲਪਨਾ ਚਾਹੀਏ। ਸੋ ਹਉ ਮੈਲਾ ਮਲ ਕਬੂ ਨਾ ਧੋਵੇ, ਗੰਦੇ ਪਾਣੀ ਨਾਲ ਨਹੀਂ ਕੱਪੜਾ ਧੋਤਾ ਜਾਂਦਾ, ਸਵੱਛ ਚਾਹੀਦਾ। ਉਹ ਸਵੱਛ ਕਿੱਥੋਂ ਆਉਂਦਾ? ਉਹ ਆਉਂਦਾ ਹੈਗਾ ਸੁਖ ਸਾਗਰ ਚੋਂ। ਸੋ ਜਿਹੜਾ ਅਥਰਵਣ ਵੇਦ ਹੈ ਉਹਦੇ ਵਿੱਚ ਤਾਂ ਨੌ ਖੁਦਾ ਹੀ ਅੱਲੋ ਪਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਆ ਜਿਹੜੇ ਰਾਮ ਨੂੰ ਮੰਨਦੇ ਨੇ ਉਹ ਕਿਆ ਅੱਲਾ ਨੂੰ ਵੀ ਮੰਨਦੇ ਨੇ? ਜੇ ਉਹ ਕਹਿੰਦੇ ਆ ਵੀ ਉਹਨਾਂ ਕੋਲ ਵੇਦ ਹੈ ਚਾਰ, ਫਿਰ ਅੱਲਾ ਦਾ ਨਾਮ ਵੀ ਰਾਮ ਜਿੰਨਾ ਇੰਪੋਰਟੈਂਟ ਹੈ। ਫਿਰ ਮੰਦਰ ਢਾਉਣੇ ਮਸਜਿਦਾਂ ਬਣਾਉਣੀਆਂ ਜਾਂ ਮਸਜਿਦਾਂ ਢਾਉਣੀਆਂ ਮੰਦਰ ਬਣਾਉਣੇ, ਇਹ ਤਾਂ ਦੋਹੇ ਫਿਰ ਗੱਲਾਂ ਗਲਤ ਹੋ ਜਾਂਦੀਆਂ। ਜੇ ਉਹਨਾਂ ਕੋਲੇ ਮਤ ਹੈ, ਇਹ ਤੋਂ ਪਤਾ ਲੱਗਦਾ ਕਿ ਉਹਨਾਂ ਕੋਲੇ ਮਤ ਨਹੀਂ ਹੈ। ਸਾਡੇ ਕੋਲ ਤਾਂ ਹੈ, ਪਰ ਅਸੀਂ ਕਦੇ ਵਿਚਾਰੀ ਨਹੀਂ ਵੀ ਬ੍ਰਹਮੇ ਨੂੰ ਜੇ ਵੇਦ ਦਿੱਤੇ ਹੈ, ਇੱਕ ਵੇਦ ਵਿੱਚ ਨੌ ਅੱਲਾ ਆਉਂਦਾ। ਜੇ ਉਹ ਰਾਮੇ ਕਹਿੰਦੇ ਆ ਰਾਮ ਔਰ ਅੱਲਾ ਪਰ ਲੜਦੇ ਹੈ, ਫਿਰ ਨਾ ਉਹਨਾਂ ਕੋਲ ਵੇਦ ਹੈ ਪੂਰਾ, ਨਾ ਉਹਨਾਂ ਕੋਲ ਹੈ। ਉਹਨਾਂ ਨੂੰ ਭੁਲੇਖਾ ਪਿਆ ਹੋਇਆ ਕਿ ਸਾਡੇ ਕੋਲ ਸ਼ਾਇਦ ਸੱਚਖੰਡ ਦੀ ਮੱਤ ਹੈ। ਸੱਚਖੰਡ ਦੀ ਮੱਤ ਵਿੱਚ ਜਿਹੜੇ ਅੱਖਰ ਨੇ ਉਹ ਸਿਨੋਨਿਮਸ ਨੇ, ਉੱਥੇ ਤਾਂ ਝਗੜਾ ਮੁੱਕਣ ਦੀ ਗੱਲ ਹੈ, ਉੱਥੇ ਦਾ ਬ੍ਰਿਜ ਬਣੇਗਾ। ਇੱਥੇ ਤਾਂ ਵਾਲਸ ਕ੍ਰੀਏਟ ਹੋ ਰਹੀਆਂ। ਇਹਦਾ ਕਹਿਣ ਦਾ ਸਿੱਧਾ ਹੀ ਭਾਵ ਹੈ ਕਿ ਵੇਦ ਭਗਤਾਂ ਕੋਲੇ ਆਇਆ। ਕਬੀਰ ਜੀ ਤੋਂ ਪਹਿਲਾਂ ਕੋਈ ਭਗਤ ਪਿੱਛੇ ਨਹੀਂ ਦਿਖਦਾ ਸਾਨੂੰ। ਜੇ ਦਿਖਦੇ ਨੇ ਉਹ ਧਰੂ ਪ੍ਰਹਲਾਦ ਜੀ ਹਨ, ਉਹਨਾਂ ਦਾ ਜ਼ਿਕਰ ਉਹ ਆਪ ਕਰਦੇ ਨੇ। ਉਹਨਾਂ ਦੀ ਕੋਈ ਰਚਨਾ ਸਾਡੇ ਕੋਲ ਨਹੀਂ ਹੈ, ਪਰ ਉਹ ਮੁਕਤ ਸੀ। ਇਹਦਾ ਜੋ ਹਵਾਲਾ ਹੈ ਕਬੀਰ ਜੀ ਨੇ ਤਾਂ ਨਹੀਂ ਦਿੱਤਾ, ਆਉਂਦੀ ਗੱਲ ਸੱਚਖੰਡ ਤੋਂ ਹੈ, ਉਹੀ ਹਵਾਲਾ ਦਿੱਤਾ ਹੋਇਆ। ਸੋ ਉਹਦੇ ਹੀ ਨਾਲ ਇਹ ਗੱਲ ਮਿਲ ਕੇ ਚੱਲਦੀ ਹੈ। ਹੁਣ ਆਹ ਗੱਲ ਵਿਚਾਰਨ ਵਾਲੀ ਹੈ। ਫਿਰ ਓਂਕਾਰ ਸੈਲ ਯੁਗ ਭਏ, ਆਪਾਂ ਕੱਲ ਵੀ ਕੀਤੀ ਹੈ। ਓਂਕਾਰ ਵੇਦ ਨਿਰਮਈ। ਸੋ ਵੇਦ ਜੋ ਅਸਲੀ ਜਿਹਦੀ ਗੱਲ ਗੁਰੂ ਨਾਨਕ ਜੀ ਕਰ ਰਹੇ ਨੇ, ਉਹ ਓਂਕਾਰ ਤੋਂ ਆਉਂਦਾ। ਉਹੀ ਕਹਿੰਦਾ ਹੈ ਕਿ ਜਿੰਨਾ ਮਰਜ਼ੀ ਕੋ ਖੋਜ ਲਵੇ ਮਾਇਆ ਨੂੰ, ਮਾਇਆ ਦਾ ਅੰਤ ਨਹੀਂ ਹੈ। ਲੱਖਾਂ ਹੀ ਆਕਾਸ਼ ਲੱਗਾ ਹੀ ਪਤਾਲ ਤੋਂ ਬਾਅਦ ਕੀ ਕਹਿਣਗੇ? ਓੜਕ ਓੜਕ ਭਾਲ ਥਕੇ। ਵੇਦਾਂ ਨੇ ਕੀ ਕਿਹਾ ਉਹ ਵੇਦ ਦੱਸਣਗੇ ਅੱਗੇ। ਵੇਦ ਕਹਿਣ ਇੱਕ ਬਾਅਦ ਵੇਦਾਂ ਨੇ ਤਾਂ ਇੱਕੇ ਖਬਰ ਦਿੱਤੀ ਹੈ। ਸਾਰੇ ਵੇਦ ਕਿਉਂਕਿ ਆਉਂਦੇ ਗੁਰੂ ਤੋਂ ਹੈ, ਸ਼ਬਦ ਗੁਰੂ ਤੋਂ ਨੇ, ਓਂਕਾਰ ਤੋਂ ਨੇ। ਜਾਂ ਗੁਰੂ ਨਹੀਂ ਬਦਲਣਾ, ਸਤਿਗੁਰ ਤਾਂ ਅੱਗੇ ਸਾਨੂੰ ਦੱਸਣ ਵਾਲਾ। ਸਤਿਗੁਰ ਕਿਵੇਂ ਹੋਰ ਉਪਦੇਸ਼ ਦੇਵੇਗਾ? ਕਿਉਂਕਿ ਪਿੱਛੇ ਉਪਦੇਸ਼ ਦੇਣ ਵਾਲਾ ਜੋ ਹੈ ਉਹ ਨਿਰਾਕਾਰੀ ਹੈ। ਉਹ ਆਦ ਤੋਂ ਅੰਤ ਤੱਕ ਇੱਕੇ ਸਰੂਪ 'ਚ ਰਹਿੰਦਾ ਹੈ। ਆਦ ਅੰਤ ਇੱਕ ਅਵਤਾਰਾ, ਉੱਥੋਂ ਹੀ ਵੇਦ ਆਉਂਦਾ ਹੈ। ਉਹ ਵੇਦ ਦਾ ਜਿਹੜਾ ਸ਼ਬਦ ਹੈ ਉਹੀ ਕਿਸੇ ਨੂੰ ਦੂਸਰੇ ਪੰਨੇ ਲਿਜਾ ਸਕਦਾ ਹੈ, ਭਵਸਾਗਰ ਤੋਂ ਸੁਖ ਸਾਗਰ। ਉਸ ਵਿੱਚ ਹੀ ਉਹ ਸ਼ਕਤੀ ਹੈ, ਕਿਉਂਕਿ ਉਹ ਸਿੱਧਾ ਗਿਆਨ ਪਰਮੇਸ਼ਰ ਦਾ ਆਪਣਾ ਹੈਗਾ, ਕਿਸੇ ਹੋਰ ਦਾ, ਕਿਸੇ ਦੇ ਮਨ ਦੀ ਮੱਤ ਨਹੀਂ ਉਹਦੇ ਵਿੱਚ ਆਈ ਹੋਈ। ਸੋ ਓਂਕਾਰ ਨਾਲ ਗੁਰਮੁਖ ਤਰਦੇ ਨੇ, ਓਂਕਾਰ ਦੇ ਵੇਦ ਨਾਲ ਤਰਦੇ ਨੇ। ਉਹ ਵੇਦ ਜਿਹੜਾ ਹੈਗਾ ਉਹ ਗੁਰਬਾਣੀ ਆਪਣੇ ਕੋਲ ਲਿਖਤ ਰੂਪ 'ਚ ਹੈ। ਅਸੀਂ ਅਜੇ ਤਾਈਂ ਖੋਜੀ ਨਹੀਂ ਹੈ। ਸਾਨੂੰ ਥੋੜ੍ਹਾ ਔਡ ਲੱਗਦਾ ਕਿ ਅਸੀਂ ਇਹਨੂੰ ਵੇਦ ਕਿਵੇਂ ਮੰਨਾਂਗੇ। ਗੁਰਬਾਣੀ 'ਚੋਂ ਦੇ ਪੜ੍ਹਾਂਗੇ ਤਾਂ ਇਹ ਵੇਦ ਹੈ। ਜੇ ਅਸੀਂ ਜਿਹੜਿਆਂ ਨੂੰ ਵੇਦ ਮੰਨਿਆ ਉਹਨਾਂ ਦੀ ਇੱਥੇ ਕਹਾਣੀ ਆਪਾਂ ਪੜ੍ਹ ਲੈਂਦੇ ਹਾਂ। ਸਹਿਸ 18 ਹੈ, ਕਹਿਣ ਕਤੇਬਾਂ ਅਸਲੂ ਇੱਕ ਧਾਤ। ਇਹ ਵੇਦਾਂ ਦਾ ਫੈਸਲਾ, ਕਿਉਂਕਿ ਅੱਧੀ ਪੰਕਤੀ ਜਿਹੜੀ ਆਪਾਂ ਪੂਰੀ ਕਰ ਰਹੇ ਹਾਂ ਹੁਣ, ਕਿ ਸਹਿਸ ਦਾ ਭਾਵ ਹੈ ਹਜ਼ਾਰਾਂ ਹੀ ਉਪ ਪੁਰਾਣ ਲਿਖੇ ਹੋਏ ਨੇ। 18 ਪੁਰਾਣ ਲਿਖੇ ਨੇ, ਆਪਾਂ ਨੂੰ ਪਤਾ। 18,000 ਨਹੀਂ ਹੈ ਇੱਥੇ, ਸਹਿਸ ਤੇ ਰੁਕਣਾ। ਹਜ਼ਾਰਾਂ ਹੀ ਉਪ ਪੁਰਾਣ, 18 ਪੁਰਾਣ ਤੇ ਕਤੇਬਾਂ ਜਿੰਨੀਆਂ ਵੀ ਹਨ, ਉਹਨਾਂ ਦੀ ਗਿਣਤੀ ਗੁਰਬਾਣੀ 'ਚ ਨਹੀਂ ਦਿੱਤੀ ਹੋਈ। ਇਸਲਾਮ 'ਚ ਕਾਫੀ ਕਤੇਬਾਂ ਬਣ ਜਾਂਦੀਆਂ ਨੇ। ਜਿੰਨੀਆਂ ਹਦੀਸਾਂ ਨੇ ਔਰ ਕੁਰਾਨ ਉਹ ਸਭ ਕਤੇਬਾਂ ਦੀ ਸੈਂਸਿਓਨ ਨੇ। ਅਸਲੂ ਇੱਕ ਧਾਤ, ਅਸਲ 'ਚ ਉਹ ਕਹਿੰਦੇ ਨੇ ਵੀ ਇੱਕੇ ਹੀ ਧਾਤ ਵੇਦਾਂ ਨੇ ਦੱਸਿਆ ਹੈ ਵੀ ਚਾਹੇ ਪੁਰਾਣਾ ਨੇ ਕੁਛ ਵੀ ਮੰਨਿਆ ਹੋਵੇ, ਪਰ ਜਿਹੜੀ ਅਸਲ ਇੱਕ ਧਾਤ ਹੈ ਮਾਇਆ, ਇੱਕ ਜਿਹੜੀ ਧਾਤ ਹੈ ਉਹ ਮਾਇਆ ਹੀ ਹੈ। ਉਹ ਪਾਰਬ੍ਰਹਮ 'ਚੋਂ ਪੈਦਾ ਹੁੰਦੀ ਹੈ, ਬਾਅਦ 'ਚ ਪਾਰਬ੍ਰਹਮ 'ਚ ਸਮਾ ਜਾਂਦੀ ਹੈ। ਇੱਕੇ ਧਾਤ ਦਾ ਸਾਰਾ ਜੋ ਦ੍ਰਿਸ਼ਟਮਾਨ ਸੰਸਾਰ ਹੈ ਉਹ ਬਣਿਆ ਹੋਇਆ, ਉਹਦਾ ਨਾਂ ਹੈ ਮਾਇਆ। ਇਹਦੇ ਬਾਰੇ
ਕਾਫੀ ਕੋਸ਼ਿਸ਼ ਕੀਤੀ ਹੈ ਪੰਡਤਾਂ ਨੇ, ਵੇਲ ਨਾ ਪਾਈ ਆ ਪੰਡਤੀ ਜੇ ਹੋਵੇ ਲੇਖ ਪੁਰਾਣ, ਪਰ ਉਹ ਪੁਰਾਣ 'ਚ ਰੁਕ ਗਏ। ਉਹਨਾਂ ਕੋਲ ਵੇਦ ਨਹੀਂ ਸੀ। ਜਿਹੜਾ ਸਾਨੂੰ ਦਿਖਾਇਆ ਜਾਂਦਾ ਕਿ ਇਹ ਵੇਦ ਹੈ, ਉਹ ਵੇਦ ਨਹੀਂ ਹੈ, ਉਹ ਪੁਰਾਣ ਹੈ। ਗੁਰੂ ਨਾਨਕ ਜੀ ਨੇ ਦੱਸਿਆ, ਵਕਤ ਨਾ ਪਾਇਓ ਕਾਦੀਆਂ, ਦੱਦਾ ਆਪਾਂ ਕੱਲ ਵੀ ਕਰਿਆ ਵੀ ਜਿਹੜੀ ਆਪਾਂ ਅੱਜ ਕੱਲ੍ਹ ਪੜ੍ਹਦੇ ਹਾਂ ਸੱਜੇ ਪੈਰ ਬਿੰਦੀ, ਉਹ ਵੈਸੇ ਅਲਾਉਡ ਨਹੀਂ ਹੈ, ਜੱਜਾ ਹੀ ਲਿਖਿਆ ਜਾਏਗਾ। ਕਾਦੀਆਂ ਪੜ੍ਹਨਾ ਸਹੀ ਹੈ। ਜੇ ਲਿਖਣ ਲੇਖ ਕੁਰਾਨ ਜੇ ਹੁੰਦਾ ਤਾਂ ਉਹ ਕੁਰਾਨ ਵਿੱਚ ਕਾਫੀ ਲੇਖ ਲਿਖ ਦਿੰਦੇ, ਪਰ ਕੁਰਾਨ ਵਿੱਚ ਇਹਦਾ ਕੋਈ ਲੇਖ ਨਹੀਂ ਹੈ। ਸੋ ਗੁਰੂ ਨਾਨਕ ਜੀ ਇਹ ਦੱਸਣਾ ਚਾਹੁੰਦੇ ਆ ਕਿ ਵੇਦ ਦਾ ਸਬਜੈਕਟ ਹੀ ਨਹੀਂ ਹੈ ਇਹ, ਕਿ ਸ੍ਰਿਸ਼ਟੀ ਕਿਵੇਂ ਬਣੀ ਹੈ। ਵੇਦ ਦਾ ਜੋ ਸਬਜੈਕਟ ਹੈ ਉਹ ਹੋਰ ਹੈ। ਹੁਣ ਆਪਾਂ 18 ਦੀ ਗੱਲ ਕਰ ਲੈਂਦੇ ਹਾਂ। ਗੁਰਬਾਣੀ 'ਚ ਇਹ ਸ਼ਬਦ ਹੋਰ ਰੂਪ 'ਚ ਆਇਆ ਹੋਇਆ ਹੈ, 10 ਅਸ਼ਟੀ ਮੇ ਲੇਖੋ ਕਹਿਆ। 10 ਅਸ਼ਟੀ ਦਾ ਭਾਵ 18 ਹੈ। ਇਹ ਗਿਣਤੀ ਗੁਰਬਾਣੀ 'ਚ ਐ ਲਿਖੀ ਜਾਂਦੀ ਹੈ, ਤਾਂ ਵੀ ਜੋਗੀ ਭੇਦ ਨਾ ਲਿਆ। ਜੋਗੀ ਨੂੰ ਫਿਰ ਵੀ ਭੇਦ ਨਹੀਂ ਆਇਆ। ਕਹਿਣ ਦਾ ਭਾਵ ਆਪਾਂ ਡਿਸਕਸ ਕਰ ਰਹੇ ਹਾਂ 18। ਚੌਹ ਮੈਂ ਪੇਖਿਓ, ਖਟ ਮੈਂ ਪੇਖਿਓ, 10 ਅਸ਼ਟੀ ਸਿਮਰਤਾਏ। ਇਹ ਜਿੰਨੇ ਪੰਚਮ ਪਾਤਸ਼ਾਹ ਨੇ ਗਿਣਤੇ ਆ ਵੀ 4 ਵੇਦ ਜਿਹੜੇ ਇਹਨਾਂ ਦੇ ਮੰਨੇ ਆ, ਉਹਨਾਂ ਦੇ ਵੇਦ ਤੇ ਹੀ 6 ਉਹਨਾਂ ਨੇ ਗਾਹਾਂ ਕਰਮ ਸ਼ੁਰੂ ਕਰ ਲਏ ਆ। ਖਟ ਜਿਹੜੇ ਸ਼ਾਸਤਰ ਲਿਖ ਲਏ ਨੇ, ਉਹ 10 ਅਸ਼ਟ ਗਾਹਾਂ ਫਿਰ ਉਹਨਾਂ ਤੋਂ ਪੁਰਾਣ ਲਿਖ ਲਏ ਨੇ। 27 ਸਿਮਰਤੀਆਂ ਲਿਖੀਆਂ ਹੋਈਆਂ। ਇੱਥੇ 27 ਦਾ ਜ਼ਿਕਰ ਨਹੀਂ ਆਉਂਦਾ, ਉਹ ਅਗਲੇ ਸ਼ਬਦ 'ਚ ਆ ਰਿਹਾ। 20 ਸਪਤਾਰੋ, 20 ਤੇ 7 27। ਇਹ ਤਰੀਕਾ ਹੈਗਾ ਗਿਣਤੀ ਲਿਖਣ ਦਾ। ਇਹ ਅਸੀਂ ਇਹ ਤੋਂ ਹੁਣ ਥੋੜ੍ਹੇ ਜਿਹੇ ਅਵੇਸਲੇ ਹੈ। ਤੇ ਬਾਸਰੋ ਸੰਗ੍ਰਹਿ, ਇਹ ਵੀ 27 ਦੀ ਗੱਲ ਹੋ ਰਹੀ ਹੈ। 3 ਖੋੜਾ ਵੀ ਉਹ 3 ਔਗੁਣਾ ਚੋਂ ਹੀ ਨਹੀਂ ਨਿਕਲਦਾ, ਕਾਲ ਦਾ ਹੀ ਪਾਸਾ ਭੂਰੀ ਜਾਂਦਾ ਹੈ ਜੀਵ। 27 ਸਿਮਰਤੀਆਂ ਵਾਲੇ ਵੇਦ ਨਾਲੋਂ ਅਲੱਗ ਨੇ। ਵੇਦ ਵਾਲੇ ਮੁਕਤੀ ਦੀ ਗੱਲ ਕਰਦੇ ਆ, ਇਹਨਾਂ ਕੋਲ ਮੁਕਤੀ ਦੀ ਗੱਲ ਨਹੀਂ ਹੈ। ਥੱਲੇ ਜਿਹੜਾ ਸ਼ਬਦ ਹੈ ਬੇਦਸ ਮਾਹ, ਬੇਦਸ ਮਤਲਬ ਬੇ ਦਾ ਮਤਲਬ 2 ਹੈ, 10 ਦਾ ਮਤਲਬ 10 ਹੈ। ਬੇਦਸ ਹੋ ਗਏ 27, 20 ਸਪਤਾਰੋ ਹੋ ਗਏ, ਬੇਦਸ ਹੋ ਗਏ 12, 20 ਸਪਤਾਰੋ 27। 10 ਅਸ਼ਟੀ ਜਿਹੜੇ ਨੇ ਇਹਨਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੀ ਉਹ ਗੱਲ ਹੋ ਰਹੀ ਹੈ। ਸਹਿਸ ਰੁਕ ਤੇ ਰੁਕਣਾ ਹੈ। 18 ਆਹ 10 ਅਸ਼ਟੀ ਦੀ ਗੱਲ ਹੋ ਰਹੀ ਹੈ। 18 ਪੁਰਾਣ ਤੇ ਅਨੇਕਾਂ ਹੀ ਉਪ ਪੁਰਾਣ ਤੇ ਬਾਕੀ ਕਿਤਾਬਾਂ ਕਹਿੰਦੀਆਂ ਤਾਂ ਹੈ, ਪਰ ਉਹ ਸੱਚਾਈ ਨਹੀਂ ਹੈ। ਵੇਦ ਨੇ ਉਹਨਾਂ ਨੂੰ ਸੱਚ ਨਹੀਂ ਮੰਨਿਆ। ਉਹਨਾਂ ਨੇ ਕਿਹਾ ਅਸਲੂ ਇੱਕ ਧਾਤ। ਉਹ ਧਾਤ ਕੀ ਹੈ? ਅਸਲ ਦਾ ਅਰਥ ਜਿਹੜਾ ਹੈ ਇਹ ਕੋਈ ਅਸਲੂ ਪੜ੍ਹਦਾ, ਇਹਨੂੰ ਕੋਈ ਅਸਲੋ ਪੜ੍ਹਦਾ। ਇਹਦਾ ਜੋ ਮੀਨਿੰਗ ਹੈ ਉਹ ਮੁੱਢ ਬਣਦਾ। ਕਿਰਿਆ ਵਿਸ਼ੇਸ਼ਣ ਹੈ ਮੁੱਢ ਤੋਂ ਅਸਲੀਅਤ ਵਿੱਚ। ਉਹ ਇੱਕੇ ਧਾਤ ਹੈ। ਉਹਦਾ ਜ਼ਿਕਰ ਕਬੀਰ ਜੀ ਨੇ ਕੀਤਾ ਹੋਇਆ। ਕਬੀਰ ਮਾਇਆ ਡੋਲਣੀ, ਉਹ ਧਾਤ ਜਿਹੜਾ ਵੀ ਮਾਇਆ ਨਾਲ ਜੁੜਦਾ ਉਹ ਡੋਲਦਾ ਹੀ ਹੈ। ਉਹ ਸਭ ਡੋਲਣੇ ਵਾਲੇ ਹੀ ਹੈ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ। ਕਿਉਂਕਿ ਮਾਇਆ 'ਚ ਸਭ ਤੋਂ ਪਹਿਲੀ ਚੀਜ਼ ਪਵਨ ਬਣੀ ਸੀ। ਜਿਵੇਂ ਪਵਨ ਝਕੋਲੇ ਦਿੰਦੀ ਹੈ ਕਿਸੇ ਚੀਜ਼ ਨੂੰ, ਤੁਸੀਂ ਸਵਿੰਗ ਨੂੰ ਦੇਖ ਲਓ, ਮਨ ਨੂੰ ਮਾਇਆ ਐਂ ਡਲਾਉਂਦੀ ਹੈ, ਮਨ ਨੂੰ ਸਟੇਬਲ ਨਹੀਂ ਰਹਿਣ ਦਿੰਦੀ। ਇਹਦਾ ਹੀ ਆਪਾਂ ਜ਼ਿਕਰ ਪਹਿਲਾਂ ਕੀਤਾ ਸੀ ਵੀ ਉਹ ਜਿਹੜੀ ਇੱਕ ਧਾਤ ਹੈ ਉਹ ਹੈ ਕੀ? ਉਹ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਅਸੀਂ ਇਹਨੂੰ ਠੀਕ ਨਹੀਂ ਪੜ੍ਹਦੇ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਅੱਗੇ ਇਹ ਸ਼ਬਦ ਕਿੱਥੇ ਜੁੜੇਗਾ। ਜਿਹੜੀ ਧਾਤ ਹੈ ਉਹ ਏਕੋ ਕਵਾਓ ਹੈ, ਸਾਰਾ ਉਤੋਂ ਹੀ ਮਾਇਆ ਪੈਦਾ ਹੁੰਦੀ ਹੈ ਅੱਗੇ। ਸੋ ਉਹਦੇ ਬਾਰੇ ਦੱਸਿਆ ਕਿ ਇਸ ਚੱਕਰ 'ਚ ਸਾਨੂੰ ਪੈਣ ਦੀ ਲੋੜ ਨਹੀਂ ਹੈ। ਅਸੀਂ ਜੋ ਕਰਨਾ ਹੈਗਾ ਉਹਦੇ ਬਾਰੇ ਸਾਨੂੰ ਗੁਰਬਾਣੀ ਨੇ ਦੱਸਿਆ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਵੀ ਆਹ ਜਿਹੜੇ ਲੇਖੇ ਹੈ, ਲੱਖ ਆਕਾਸ਼ ਹੈ, ਲੱਖ ਪਤਾਲ ਹੈ, ਤੇ ਉਹ ਕੋਈ ਹੋਰ ਅਸਮਾਨ 'ਚ ਬੈਠਾ ਖੁਦਾ। ਇਹ ਜਿਹੜੇ ਲੇਖੇ ਨੇ, ਜੇ ਆਪਾਂ ਲਿਖਣ ਲੱਗ ਜਾਂਗੇ ਤਾਂ ਆਪਾਂ ਇਹਨਾਂ ਦਾ ਜੋ ਟੋਟਲ ਮੈਜਰਮੈਂਟ ਹੈ ਸਾਡੇ ਕੋਲ, ਸਾਡੀ ਬੁੱਧੀ ਇੰਨੀ ਨਹੀਂ ਹੈ। ਉਹ ਕਹਿਣਾ ਕੀ ਚਾਹੁੰਦੇ ਨੇ ਵੀ ਗਿਣਤੀ ਦੇ ਹਿੰਸੇ ਮੁੱਕ ਜਾਣਗੇ। ਅਸੀਂ ਜੇ ਲਿਖ ਵੀ ਲਵਾਂਗੇ ਕਿੰਨਾ ਕੁ ਭਾਰ ਹੈ, ਕਿੰਨੀ ਕੁ ਇੱਥੇ ਮਾਇਆ ਹੈ, ਉਹ ਇੱਕ ਕੁਆਂਟਿਟੀ ਹੈ ਜਿਹੜੀ ਮਾਤਰਾ ਕਿਸੇ ਪਦਾਰਥ ਜਾਂ ਮੂਰਤੀ ਦੀ ਮਾਤਰਾ ਜਾਂ ਸੰਖਿਆ ਦਾ ਆਮ ਤੌਰ ਤੇ ਸਥਾਨਵੇਂ ਮਾਪ ਦੁਆਰਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸੋ ਅਸੀਂ ਜਿੱਥੇ ਲਾ ਰਹੇ ਹਾਂ ਅੰਦਾਜ਼ੇ, ਸਾਨੂੰ ਉਹਨਾਂ ਵਾਸਤੇ ਰੋਕਿਆ ਹੋਇਆ। ਤੇ ਤੁਸੀਂ ਜੇ ਕੁਆਂਟਮ ਮਕੈਨਿਕਸ ਪੜ੍ਹੀ ਹੋਵੇ ਉਹਦੇ ਵਿੱਚ ਬੜਾ ਕਲੀਅਰ ਹੈ ਕਿ ਜਿਹੜਾ ਸਭ ਤੋਂ ਛੋਟਾ ਆਪਣੇ ਕੋਲ ਐਟਮ ਹੈ ਉਹਦਾ ਆਪਾਂ ਜੋ ਉਹਦੀ ਵੈਲੋਸਿਟੀ ਜਾਂ ਮੋਮੈਂਟਮ ਨਹੀਂ ਲੱਭ ਸਕਦੇ। ਅਨਸਰਟਨਟੀ ਪ੍ਰਿੰਸੀਪਲ ਕਹਿੰਦੇ ਆ ਉਹਨੂੰ, ਹੈਜ਼ਨਬਰਗਸ ਅਨਸਰਟਨਟੀ ਪ੍ਰਿੰਸੀਪਲ ਕਹਿੰਦੇ ਆ। ਉਦੋਂ ਪਤਾ ਲੱਗਦਾ ਵੀ ਸਾਡੀ ਮਾਇਆ ਵਿੱਚ ਜੋ ਅਸੀਂ ਖੋਜ ਵੀ ਕਰਾਂਗੇ ਉਹ ਅਨਸਰਟਨ ਹੋਏਗੀ,
ਕਿਉਂਕਿ ਜਿਹੜਾ ਸਭ ਤੋਂ ਛੋਟਾ ਅਣੂ ਹੈ, ਜਿਹਨੂੰ ਗੁਰਬਾਣੀ 'ਚ ਅਣੂ ਲਿਖਿਆ, ਉਹਦਾ ਜੋ ਇਲੈਕਟ੍ਰੋਨ ਹੈ, ਉਹਦਾ ਅਸੀਂ ਕੁਛ ਵੀ ਸਹੀ ਨਹੀਂ ਦੱਸ ਸਕਦੇ, ਉਹ ਅੰਦਾਜ਼ਾ ਹੀ ਹੈ ਸਾਡਾ। ਇਹ ਪਿਛਲੀ ਪੌੜੀ 'ਚ ਆਪਾਂ ਨੂੰ ਜ਼ਿਕਰ ਆ ਚੁੱਕਿਆ। ਅਖੀਰੀ ਪੰਕਤੀਆਂ 'ਚ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ। ਵੱਡੇ ਸਾਹਿਬ ਦੀ ਰਚਨਾ ਵੱਡੇ ਸਾਹਿਬ ਨੂੰ ਪਤਾ ਹੈ, ਕਿਉਂ ਉਹਨਾਂ ਨੇ ਇੰਨੀਆਂ ਜੂਨੀਆਂ ਪਾਈਆਂ ਉਹੀ ਜਾਣਦੇ ਨੇ। ਸਾਡਾ ਜੋ ਹੈਗਾ ਇੱਥੇ ਜੀਵ ਦਾ ਕੰਮ ਹੈਗਾ, ਅਸੀਂ ਜੀਵ ਦਾ ਕੰਮ ਸਮਝੀਏ, ਜੀਵ ਵਾਸਤੇ ਕੀ ਜ਼ਰੂਰੀ ਹੈਗਾ ਇਹ ਆਪਾਂ ਨੂੰ ਪਤਾ ਲੱਗਣਾ ਚਾਹੀਦਾ। ਆ ਜਿਹੜੀ ਸ੍ਰਿਸ਼ਟੀ ਦਾ ਮੈਪ ਬਣਾਇਆ ਹੈ, ਉਹਦੇ ਵਿੱਚ ਆਪੇ ਲਿਖਿਆ ਹੈ ਇਹਨਾਂ ਨੇ ਜਿਹੜੇ ਮਾਇਆ ਦੀ ਖੋਜ ਕਰਦੇ ਨੇ, ਕਿ ਜਿਹੜਾ ਯੂਨੀਵਰਸ ਹੈ ਉਹ ਐਕਸਪੈਂਡ ਹੋ ਰਿਹਾ। ਕਹਿਣ ਦਾ ਭਾਵ ਲੇਖਾ ਹੋਏ ਤਾਂ ਲਿਖੀਏ, ਜੇ ਆਪਾਂ ਅੱਜ ਲਿਖ ਵੀ ਲਵਾਂਗੇ ਲਿਖਿਆ ਹੋਏ ਵਿਨਾਸ਼, ਉਹ ਕੱਲ ਨੂੰ ਵਿਨਾਸ਼ਕਾਰੀ ਸਾਬਿਤ ਹੋਏਗਾ, ਕਿਉਂਕਿ ਯੂਨੀਵਰਸ ਤਾਂ ਵੱਧ ਗਿਆ। ਜੋ ਇਨਫੋਰਮੇਸ਼ਨ ਅਸੀਂ ਦਿੱਤੀ ਹੈ ਉਤੋਂ ਦਾ ਇਨਫੋਰਮੇਸ਼ਨ ਕਹਾਂ ਚਲੇਗੀ। ਸੋ ਅਨਸਟੇਬਲ ਚੀਜ਼ ਦੀ ਖੋਜ ਨਹੀਂ ਕਰੀਦੀ, ਖੋਜ ਕਰੀਦੀ ਹੈ ਸਟੇਬਲ ਚੀਜ਼ ਦੀ। ਉਹ ਕੌਣ ਹੈ ਉਹਦੇ ਬਾਰੇ ਵੀ ਗੁਰਬਾਣੀ ਨੇ ਆਪਾਂ ਨੂੰ ਦੱਸਿਆ। ਆਹ ਸਾਡਾ ਵਿਸ਼ਾ ਹੋਣਾ ਚਾਹੀਦਾ। ਮੰਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਜਿਹੜਾ ਮੂਲ ਹੈਗਾ ਉਹਦੇ ਨਾਲ ਗਹਿਆ ਹੁੰਦਾ, ਉਹਦਾ ਗਹਿਣਾ ਪਾਉਣਾ। ਅਸੀਂ ਆਪਣੇ ਮੂਲ ਨਾਲ ਜੁੜਨਾ, ਜਿਵੇਂ ਅਸੀਂ ਗਹਿਣਾ ਧਾਰੀ ਦਾ, ਅਸੀਂ ਮਨ ਨੇ ਮੂਲ ਦਾ ਗਿਆਨ ਧਾਰਨ ਕਰਨਾ। ਉਹਦੇ ਲਈ ਜੇ ਮਨ ਮੰਨਦਾ ਹੈ ਗੁਰਬਾਣੀ ਪੜ੍ਹ ਕੇ, ਕਿਉਂਕਿ ਗੁਰਬਾਣੀ ਤਾਂ ਸਾਰੀ ਮਨ ਦਾ ਉਪਦੇਸ਼ ਹੈ। ਇੱਥੇ ਕੋਈ ਫਿਜ਼ੀਕਲ ਚੀਜ਼ਾਂ ਜਾਂ ਕੋਈ ਰੈਸਿਪੀਜ਼ ਤਾਂ ਦੱਸੀਆਂ ਨਹੀਂ ਹੋਈਆਂ ਵੀ ਕਿਸ ਤਰ੍ਹਾਂ ਕੋਈ ਚੀਜ਼ ਬਣਾਉਣੀ ਹੈ ਜਾਂ ਕਿਵੇਂ ਖਾਣੀ ਹੈ, ਕਿਹੜਾ ਕੱਪੜਾ ਪਾਉਣਾ ਹੈ, ਵਿਆਹ ਕਿਵੇਂ ਹੋਣਾ, ਇਹ ਤਾਂ ਚੀਜ਼ਾਂ ਨਹੀਂ ਹੈ। ਸਿਰਫ ਮਨ ਨੂੰ ਕਿਵੇਂ ਮਨਾਉਣਾ। ਮਨ ਜੋ ਇੱਛਾਵਾਂ ਦਾ ਨਾਂ ਹੈ, ਅਗਿਆਨਤਾ 'ਚ ਉਹਦੀਆਂ ਇੱਛਾਵਾਂ ਵੱਧ ਨੇ। ਜੇ ਉਹਨੂੰ ਗਿਆਨ ਮਿਲਦਾ ਫਿਰ ਉਹ ਇੱਛਾਵਾਂ ਤਿਆਗਦਾ, ਉਹ ਆਪਣੇ ਫਿਰ ਅੰਤਰ ਆਤਮੇ ਜੁੜਨਾ ਚਾਹੁੰਦਾ ਹੈ। ਉਹ ਮਰਮੀ ਕਹਿੰਦੇ ਆ ਉਹਨੂੰ, ਮਰਮੀ ਖੋਜੀ ਨੂੰ ਕਹਿੰਦੇ ਆ। ਸੋ ਮੰਮਾ ਮੂਲ ਗਿਆ, ਮੰਮੇ ਅੱਖਰ ਦਾ ਉਪਦੇਸ਼ ਹੈ ਕਬੀਰ ਜੀ ਦਾ 31 ਨੰਬਰ ਪੌੜੀ 'ਚ। ਮੂਲ ਗਿਆ, ਜਦ ਤਾਈਂ ਕੋਈ ਮੂਲ ਨਾਲ ਨਹੀਂ ਜੁੜਦਾ, ਮੂਲ ਦੇ ਨਾਲ ਇੱਕ ਨਹੀਂ ਹੁੰਦਾ, ਜਦ ਤੱਕ ਜੋ ਮਾਨਸ ਜਨਮ ਕਾ ਇਹੀ ਲਾਹੋ ਨਹੀਂ ਪੂਰਾ ਹੁੰਦਾ। ਮਰਮੀ ਹੋਏ, ਜਿਹੜੇ ਮਰਮੀ ਹੈ ਉਹ ਪਹਿਲਾਂ ਮਨ ਨੂੰ ਜਾਣਦੇ ਨੇ। ਜਾਣ ਦਾ ਮਤਲਬ ਹੁੰਦਾ ਉਹਦਾ ਜਪ ਕਰਨਾ, ਉਹਦੀ ਡਿਟੇਲ ਲੈਣੀ, ਉਹ ਹੁੰਦਾ ਜਪ ਸਮਝਣਾ। ਮਤ ਕੋਈ ਮਨ ਮਿਲਤਾ ਬਿਲਮਾਵੇ, ਕਹਿੰਦੇ ਜੇ ਕਿਸੇ ਦਾ ਕੋਈ ਮਨ ਮੰਨਦਾ ਇਸ ਗੱਲ ਨੂੰ, ਉਹ ਬਿਲਮ ਨਾ ਲਾਵੇ। ਜਦੇ ਕਹਿ ਦੇਵੇ ਮਨ ਨੂੰ ਠੀਕ ਹੈ ਆਪਾਂ ਇਹ ਕੰਮ ਕਰਨਾ। ਮਗਨ ਭਇਆ, ਫਿਰ ਉਹ ਮਗਨ ਹੋ ਜਾਂਦਾ। ਮਗਨ ਨੂੰ ਕੋਈ ਹੋਰ ਨਹੀਂ ਸੁੱਝਦੀ ਹੁੰਦੀ, ਉਹਨੂੰ ਇੱਕ ਆਪਣਾ ਨਿਸ਼ਾਨਾ ਹੀ ਦਿਖਦਾ ਹੁੰਦਾ। ਉਹ ਫਿਰ ਮਗਨ ਭਇਆ ਪੂਰਨ ਬ੍ਰਹਮ ਹੋ ਜਾਂਦਾ। ਸੋ ਸੱਚ ਪਾਵੇ, ਉਹਨੂੰ ਫਿਰ ਮਗਨ ਭਏ ਨੂੰ 2 ਪਦਾਰਥ ਤੇ ਜਿਹੜਾ ਸੱਚ ਪਾਵੇ 4 ਪਦਾਰਥ ਨੇ। ਮਗਨ ਸ਼ਬਦ ਦਾ ਜਿਹੜਾ ਇੰਗਲਿਸ਼ 'ਚ ਹੈਗਾ ਐਬਜ਼ੋਰਬਡ, ਐਨਗ੍ਰੋਸਡ, ਹੈਪੀ, ਡੀਪਲੀ ਐਂਗੇਜਡ, ਇਹ ਹੈ। ਇੱਕ ਸ਼ਬਦ ਹੈ ਮਗੁਨ, ਮੰਨੈ ਮਗੁਨ ਚੱਲੇ ਪੰਥ। ਉਹ ਸਾਨੂੰ ਪਤਾ ਨਹੀਂ ਲੱਗਦਾ ਕਿ ਉੱਥੇ ਮੰਨੇ ਮੱਗ ਨਾ ਚੱਲੇ ਪੰਥ ਪੜ੍ਹਦੇ ਹਾਂ ਅਸੀਂ। ਮੱਗ ਦਾ ਅਰਥ ਹੁੰਦਾ ਰਸਤਾ। ਜੇ ਆਪਾਂ ਉਹਦੇ ਅਰਥ ਸਿੰਪਲ ਲਈਏ, ਮੰਨੈ ਰਸਤਾ ਨਾ ਚੱਲੇ ਰਸਤਾ, ਇਹਦਾ ਕੀ ਅਰਥ ਬਣਦਾ? ਕੁਛ ਵੀ ਨਹੀਂ ਬਣਦਾ। ਮੰਨ ਕੇ ਤਾਂ ਰਸਤੇ ਤੇ ਚੱਲੀਦਾ। ਮੰਨੈ ਮਗੁਨ, ਮਗੁਨ ਪੰਥ ਤੇ ਚੱਲੀਦਾ। ਜਿੰਨੇ ਬਾਕੀ ਪੰਥਾਂ ਦੀਆਂ ਗੱਲਾਂ ਹੋ ਰਹੀਆਂ, ਆਗਾਸਾਂ ਆਗਾਸ ਜੋ ਵੀ ਲਿਖਿਆ ਹੋਇਆ ਵੀ ਉਹ ਜਿਹੜਾ ਪਤਾਲ ਹੈ ਉਹਦੇ ਸ਼ਿਵ ਜੀ ਦਾ ਇਹ ਹੈ। ਸੋ ਇਹ ਜਿਹੜੀਆਂ ਪੁਰਾਣਿਕ ਗੱਲਾਂ ਨੇ, ਇਹਦਾ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੁਰਮਤ ਦਾ ਮਗੁਨ ਪੰਥ ਹੈ, ਸਪੌਟਲੈਸ ਅਨਪੋਲਿਊਟਿਡ ਮਨ ਹੀ ਇਸ ਰਸਤੇ ਤੇ ਗਾਹਾਂ ਚੱਲਦਾ। ਇਹਦਾ ਆਪਾਂ ਨੂੰ ਦੋਹਾਂ ਸ਼ਬਦਾਂ ਦਾ ਅਰਥ ਬੜਾ ਕਲੀਅਰ ਹੋਣਾ ਚਾਹੀਦਾ। ਹੁਣ ਕਬੀਰ ਜੀ ਨੇ ਇਹੀ ਦੱਸਿਆ, ਜਿਹੜੀ ਆਪਾਂ ਪਿੱਛੇ ਕਹੀਏ ਮੰਮਾ ਮੂਲ ਗਿਆ ਮਨ ਮੰਨ, ਇਹ ਇਸ ਤਰ੍ਹਾਂ ਜੋ ਹੈ 3 ਐਲੀਮੈਂਟ ਮੰਨੇ ਹਨ ਗੁਰਬਾਣੀ ਨੇ। ਤ੍ਰਿਤੀਆ ਤੀਨੇ ਸਮ ਕਰ ਲਿਆ ਵੈ। ਇੱਕ ਲੋਅਰ ਮਾਈਂਡ ਹੈ, ਇੱਕ ਮਿਡਲ ਮਾਈਂਡ ਹੈ, ਇੱਕ ਹਾਇਰ ਮਾਈਂਡ ਹੈ। ਮਿਡਲ ਮਾਈਂਡ ਨੇ ਲੋਅਰ ਮਾਈਂਡ ਨੂੰ ਮਿਲਾ ਕੇ ਉਹਨੂੰ ਅਪਲਿਫਟ ਕਰਨਾ, ਉਹ ਫਿਰ ਹਾਇਰ ਮਾਈਂਡ ਚਲੇ ਜਾਂਦਾ। ਜਿਹੜਾ ਹਾਇਰ ਮਾਈਂਡ ਹੈ ਉਹਨੂੰ ਫਿਰ ਅੱਗੇ ਪਰਮ ਪਦ ਮਿਲਦਾ, ਆਨੰਦ ਉਹਦੇ ਮੂਲ ਨੂੰ ਪ੍ਰਾਪਤ ਹੋ ਜਾਂਦਾ। ਮੂਲ ਨੇ ਗਾਹਾਂ ਫਿਰ ਪਰਮ ਪਦ ਜੋ ਹੈ ਉਹ 4 ਪਦਾਰਥਾਂ ਦਾ ਪਾਉਣਾ। ਆਪਾਂ ਅਖੀਰ ਵਿੱਚ ਪੌੜੀ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਫਿਰ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਲੱਖ ਸ਼ਬਦ ਜੋ ਹੈ ਦੇਹਰੀ ਦੂਪਕ ਹੈ। ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ।
ਵੇਦ ਨੇ ਦੱਸਿਆ ਵੀ ਜਿਹੜੇ ਭਾਲਦੇ ਰਹੇ ਵੀ ਲੱਖ ਹੈ ਜਾਂ 2 ਲੱਖ ਹੈ ਜਾਂ 10 ਲੱਖ ਹੈ ਉਹ ਥੱਕ ਜਾਣਗੇ, ਕਿਉਂਕਿ ਇਹ ਗਿਣਤੀ ਜੋ ਹੈ ਅਸੀਂ ਇੱਥੇ ਬੈਠ ਕੇ ਜੇ ਕਰ ਵੀ ਲਵਾਂਗੇ, ਉਹ ਲਿਖਾ ਹੋਏ ਤਾਂ ਲਿਖੀਏ ਫਿਰ ਦੱਸਣਗੇ ਅੱਗੇ। ਵੇਦ ਨੇ ਕਹੀ ਹੈ ਵੀ ਜੋ ਮਰਜ਼ੀ ਕਰ ਲਓ, ਜਿਹੜੀ ਅਸਲੀ ਗੱਲ ਹੈ ਇਹ ਸਭ ਮਾਇਆ ਦਾ ਪਸਾਰਾ ਹੈਗਾ, ਇਹਨੂੰ ਭਾਲ ਕੇ ਥੱਕੋਗੇ ਤੁਸੀਂ। ਇਹ ਵੇਦ ਨੇ ਗੱਲ ਕਹੀ ਹੈ, ਕਿਉਂਕਿ ਵੇਦ ਪਰਮੇਸ਼ਰ ਤੋਂ ਆਉਂਦਾ। ਪਰਮੇਸ਼ਰ ਨੇ ਜੀਵ ਨੂੰ ਦੱਸਿਆ ਹੋਇਆ ਵੀ ਤੈਨੂੰ ਕਿੰਨੀ ਬੁੱਧੀ ਮਿਲੀ ਹੈ ਤੇ ਤੂੰ ਕੀ ਕਰਨਾ। ਸੋ ਵੇਦਾਂ ਦੀ ਇਹ ਗੱਲ ਹੈ, ਵੇਦਾਂ ਦਾ ਮਤਲਬ ਹੈ ਭਗਤਾਂ ਦੀ ਇਹ ਗੱਲ ਹੈ। ਉਹਨਾਂ ਨੇ ਇੱਕੇ ਬਾਤ ਕਹੀ ਹੈ, ਇੱਕ ਸ਼ਬਦ ਜਿਹੜਾ ਮੁਕਤਾ ਹੈਗਾ, ਕਿਉਂਕਿ ਵਾਤ ਸ਼ਬਦ ਜਿਹੜਾ ਹੈਗਾ ਉਹ ਫੈਮਿਨਾਈਨ ਹੈ, ਇਸਤਰੀਵਾਚਕ ਹੈ। ਸਹਿਸ 18 ਕਹਿਣ ਕਿਤਾਬਾਂ, ਜਿਹੜੇ ਸਹਿਸ ਆਪਾਂ ਕਰ ਰਹੇ ਹਾਂ ਵੀ ਉਪ ਪੁਰਾਣ 18 ਪੁਰਾਣ ਬਾਕੀ ਕਿਤਾਬਾਂ ਨੇ, ਮੰਨਿਆ ਤਾਂ ਇਹੀ ਹੈ ਵੀ ਉਹ ਇੱਕ ਚੀਜ਼ ਚੋਂ ਹੀ ਪੈਦਾ ਹੋਇਆ ਸਾਰਾ, ਜਿਹੜਾ ਆਪਣਾ ਬਰਭੰਡ ਹੈ ਉਹ ਇੱਕ ਹੀ ਧਾਤ ਦਾ ਬਣਿਆ ਹੋਇਆ, ਉਹ ਮਾਇਆ ਹੈ। ਹਾਂ, ਉਹਦੇ ਵਿੱਚ ਤੁਸੀਂ ਪਾਣੀ ਗਿਣ ਲਓ, ਪਾਣੀ ਵੀ ਉਹ ਹਾਈਡਰੋਜਨ ਤੋਂ ਹੀ ਬਣਦਾ, ਇੱਕ ਧਾਤ ਤਾਂ ਹਾਈਡਰੋਜਨ ਹੀ ਹੈ, ਉਹ ਤੋਂ ਅੱਗੇ ਪਾਣੀ ਬਣਿਆ, ਫਿਰ ਜੋ ਆਪਾਂ ਦੇਖਦੇ ਹਾਂ ਧਰਤੀ ਬਣੀ ਹੈ, ਉਹਦੇ ਵਿੱਚੋਂ ਸਾਰੀਆਂ ਧਾਤਾਂ ਜਿਹੜੀਆਂ ਮਿਲਦੀਆਂ, ਪਰ ਜੇ ਹਾਈਡਰੋਜਨ ਨਾ ਹੁੰਦੀ ਤਾਂ ਕੁਝ ਵੀ ਨਹੀਂ ਸੀ ਬਣਨਾ। ਇਹ ਗੱਲ ਜੋ ਹੈ ਵੇਦ ਨੇ ਹੀ ਦਿੱਤੀ ਹੈ ਵੀ ਇੱਕ ਧਾਤ ਹੀ ਹੈ, ਇਹ ਵੇਦ ਨੇ ਵੀ ਮੰਨੀ ਹੈ, ਕਿਤਾਬਾਂ ਜਿਹੜੀਆਂ ਉਹ ਵੀ ਮੰਨਦੀਆਂ। ਪਰ ਇਹ ਗੱਲ ਜੋ ਗੁਰੂ ਨਾਨਕ ਜੀ ਅਖੀਰ 'ਚ ਦੇ ਰਹੇ ਨੇ, ਵੇਦ ਮਤ ਦਾ ਫੈਸਲਾ, ਲੇਖਾ ਹੋਏ ਤਾਂ ਲਿਖੀ ਹੈ। ਇਹ ਲੇਖਾ ਲਿਖਣਾ ਜੇ ਪੋਸੀਬਲ ਹੋਵੇ ਤਾਂ ਲਿਖੀਏ, ਇਹ ਪੋਸੀਬਲ ਨਹੀਂ ਹੈ, ਕਿਉਂਕਿ ਇਹ ਲੇਖਾ ਬਦਲਦਾ। ਜੇ ਆਪਾਂ ਇਹਦਾ ਰਿਕਾਰਡ ਰੱਖਾਂਗੇ, ਆਪਾਂ ਨੂੰ ਜੋ ਅਸਲੀ ਮੁਕਤੀ ਦਾ ਜੋ ਆਪਾਂ ਨੂੰ ਜੀਵਨ ਮਿਲਿਆ ਹੈਗਾ ਜਨਮ, ਉਹ ਆਪਾਂ ਉਹ ਤੋਂ ਵਾਂਝੇ ਰਹਿ ਜਾਾਂਗੇ। ਆਪਣਾ ਕੰਮ ਕੀ ਹੈ? ਨਾਨਕ ਵੱਡਾ ਆਖੀਐ, ਇਹ ਕਹਿ ਕੇ ਹੀ ਛੁਟਕਾਰਾ ਹੈ ਕਿ ਉਹਨੂੰ ਹੀ ਸਾਰੀ ਸ੍ਰਿਸ਼ਟੀ ਦਾ ਪਤਾ ਹੈ, ਉਹਨੂੰ ਹੀ ਪਤਾ ਹੈ ਕਿ ਕਿਵੇਂ ਉਹਨੇ ਪਾਣੀ ਤੋਂ ਜਲ ਤੋਂ, ਕਿਵੇਂ ਪਾਣੀ ਤੋਂ ਜਲ ਬਣਾਇਆ, ਜਲ ਤੋਂ ਧਰਤੀ ਬਣਾਈ ਹੈ, ਉਹ ਸਕੀਮ ਉਹਦੀ ਹੈ। ਸਾਡਾ ਜੋ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ, ਅਸੀਂ ਲਾਹਾ ਲਈਏ ਤੇ ਪਹਿਲਾਂ ਆਪਣੇ ਮੂਲ ਦੀ ਵਡਿਆਈ ਕਰਕੇ ਮੂਲ 'ਚ ਸਮਾਈਏ, ਮੂਲ ਫਿਰ ਭਗਤੀ ਕਰੇਗਾ। ਮੂਲ ਗੁਰੂ ਨਾਨਕ ਜੀ ਆਪ ਪੂਰਨ ਬ੍ਰਹਮ ਨੇ, ਇਹ ਉਹਨਾਂ ਵੱਲੋਂ ਪੰਕਤੀਆਂ ਹੈ ਕਿ ਨਾਨਕ ਵੱਡਾ ਆਖੀਐ। ਨਾਨਕ ਜੀ ਕਹਿੰਦੇ ਵੀ ਆਪਾਂ ਨੂੰ ਸਿਰਫ ਵੱਡਾ ਆਖਣ 'ਚ ਛੁਟਕਾਰਾ ਹੈ। ਇਹ ਪਰਮੇਸ਼ਰ ਨੂੰ ਕਿਹਾ, ਇਹ ਸੁਖ ਸਾਗਰ ਨੂੰ ਕਿਹਾ, ਇਹ ਸੱਚਖੰਡ ਨੂੰ ਕਿਹਾ, ਉਹੀ ਜਾਣਕਾਰੀ ਰੱਖਦੇ ਨੇ। ਆਪਾਂ ਤਾਂ ਮੁਕਤੀ ਦੀ ਜਾਣਕਾਰੀ ਲੈਣ ਆਏ ਸੀ, ਮੁਕਤ ਹੋਈਏ, 2 ਪਦਾਰਥ ਲਈਏ, ਸਚਿਆਰ ਹੋਈਏ, ਸਚਿਆਰ ਨੂੰ ਫਿਰ 2 ਪਦਾਰਥ ਹੋਰ ਮਿਲਣਗੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।